ਜਿਨ੍ਹਾਂ ਦੇ ਮਨ ਵਿੱਚ ਉਹਨਾਂ ਦਾਤਾਂ ਦਾ ਵੀ ਅਹੰਕਾਰ ਆ ਗਿਆ, ਉਹ ਸਾਰੀ ਜ਼ਿੰਦਗੀ ਦਾਤਾਂ ਦਾ ਮਾਣ ਤੇ ਕਰਦੇ ਨੇ, ਪਰ ਉਹ ਦਾਤਾਂ ਦਾ ਮਾਣ ਕਰਦਿਆਂ ਕਰਦਿਆਂ ਆਪਣੇ ਅੰਦਰ ਦੇ ਗੁਣਾਂ ਨੂੰ ਖਤਮ ਕਰ ਲੈਂਦੇ ਨੇ। ਗਲੇ ਦਾ ਮਤਲਬ ਹੈ ਖਤਮ ਹੋ ਜਾਣਾ, ਅੰਦਰੋਂ ਨਾਸ਼ ਹੋ ਜਾਣਾ। ਜਿਵੇਂ ਕੋਈ ਐਸੀ ਚੀਜ਼ ਜਿਹੜੀ ਮੰਨ ਲਓ ਹੁਣ ਕੋਈ ਕਾਗਜ਼ ਹੈ, ਉਸ ਕਾਗਜ਼ ਨੂੰ ਜੇ ਤੁਸੀਂ ਪਾਣੀ ਦੀ ਸੰਗਤ ਦੇ ਦਿਓਗੇ ਤੇ ਉਹ ਗਲ ਜਾਏਗਾ, ਤੇ ਜੇ ਉਸੇ ਕਾਗਜ਼ ਨੂੰ ਤੁਸੀਂ ਘਿਓ ਦੀ ਸੰਗਤ ਦੇ ਦਿਓ ਤੇ ਫਿਰ ਉਹਨੂੰ ਪਾਣੀ ਦੇ ਵਿੱਚ ਪਾਓ, ਗਲੇਗਾ ਨਹੀਂ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ, ਭਲਿਆ ਜੇ ਤੈਨੂੰ ਸੰਗਤ ਚੰਗੇ ਬੰਦੇ ਦੀ ਮਿਲ ਗਈ ਤੇ ਫਿਰ ਦੁਨੀਆ ਦੇ ਜਿਹੜੇ ਔਗਣ ਨੇ ਉਹ ਤੇਰੇ ਉੱਤੇ ਅਸਰ ਨਹੀਂ ਕਰਨਗੇ। ਤੇ ਜੇ ਤੂੰ ਸੰਸਾਰਿਕ ਇਹਨਾਂ ਦਾਤਾਂ ਦੇ ਵਿੱਚ ਖੁਆਰ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਤੇਰੇ ਅੰਦਰ ਦੇ ਜਿਹੜੇ ਚੰਗੇ ਗੁਣ ਨੇ ਉਹ ਵੀ ਸਹਿਜੇ ਸਹਿਜੇ ਖਤਮ ਹੋ ਜਾਣਗੇ। ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਗਰਭ ਵਿੱਚ ਅਹੰਕਾਰ ਵਿੱਚ ਗਲੇ ਖਤਮ ਹੋ ਗਏ। ਅੱਜ ਸਤਿਗੁਰ ਨੇ ਪਾਵਨ ਬਚਨ ਬਖਸ਼ੇ ਨੇ। ਸਭ ਦੂਜੀ ਪੌੜੀ ਦੇ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਤਨ ਮੰਤਾ ਹੋਏ ਕਰ ਗਰਬਾਵੇ। ਧਿਆਨ ਦੇਣਾ, ਸਾਰੀ ਪੌੜੀ ਦੇ ਅੰਦਰ, ਇਸ ਅਸ਼ਟਪਦੀ ਦੇ ਅੰਦਰ ਸਤਿਗੁਰ ਨੇ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਕਰਮਾਂ ਕਰਕੇ ਮਨੁੱਖ ਅਹੰਕਾਰ ਵਿੱਚ ਆਉਂਦਾ ਹੈ। ਔਰ ਇਹਨਾਂ ਵਿੱਚੋਂ ਬੜੀ ਸਮਝਣ ਵਾਲੀ ਗੱਲ ਹੈ ਵੀ ਬੰਦੇ ਦੀ ਆਪਣੀ ਕੋਈ ਵੀ ਚੀਜ਼ ਨਹੀਂ ਹੈ। ਜਿਨ੍ਹਾਂ ਤੇ ਅਹੰਕਾਰ ਕਰਦਾ ਹੈ ਨਾ, ਇਹਨਾਂ ਵਿੱਚੋਂ ਆਪਣਾ ਇਹਦਾ ਕੁਝ ਵੀ ਨਹੀਂ ਹੈ। ਜਿਹਦਾ ਆਪਣਾ ਕੁਝ ਹੋਵੇ ਤੇ ਸਤਿਗੁਰ ਪਾਤਸ਼ਾਹ ਜੀ ਜਿਵੇਂ ਬਾਣੀ ਵਿੱਚ ਕਹਿੰਦੇ ਨੇ ਨਾ, ਪਾਤਸ਼ਾਹ ਕਹਿੰਦੇ ਨੇ ਜੇ ਇਹਦੇ ਕੋਲੋਂ ਇਹਦਾ ਆਪਣਾ ਕੁਝ ਹੋਵੇ ਤੇ ਫਿਰ ਇਹ ਸੰਸਾਰ ਅੰਦਰ ਕਿਸੇ ਚੀਜ਼ ਦੇ ਜਾਣ ਤੇ ਰੋਵੇ ਕਿਉਂ? ਇਹਦੇ ਕੋਲੋਂ ਇਹਦਾ ਆਪਣਾ ਕੁਝ ਵੀ ਨਹੀਂ। ਸਤਿਗੁਰ ਇਸੇ ਕਰਕੇ ਇਹਨਾਂ ਚੀਜ਼ਾਂ ਦਾ, ਭਾਵਾਂ ਕਿ ਇਹ ਚੀਜ਼ਾਂ ਆਮ ਨੇ, ਜਿਹੜੀਆਂ ਜਨਰਲ ਚੀਜ਼ਾਂ ਨੇ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਜੋ ਕੁਝ ਵਰਤਦਾ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਬਾਣੀ ਨੂੰ ਪ੍ਰੈਕਟੀਕਲ ਰੂਪ ਵਿੱਚ ਸਮਝੋਗੇ ਤੇ ਫਿਰ ਸਤਿਗੁਰ ਕੀ ਪਾਵਨ ਬਾਣੀ ਦੀ ਸਮਝ ਆਤਮਿਕ ਤੌਰ ਤੇ ਆਏਗੀ। ਤੇ ਜੇ ਸਿਰਫ ਬਾਣੀ ਨੂੰ ਆਪਾਂ ਉਹ ਪੁਰਾਣਾ ਜਿਹੜਾ ਇੱਕ ਪ੍ਰੋਟੋਕੋਲ ਬਣਿਆ ਹੋਇਆ ਸੰਸਾਰ ਦਾ ਵੀ ਧਰਮ ਦੀ ਦੁਨੀਆ ਦੇ ਵਿੱਚ, ਵੀ ਜੇ ਜੀਵਨ ਦੇ ਵਿੱਚ ਕੋਈ ਵਿਪਦਾ ਆਈ ਹੈ ਤੇ ਚਲੋ ਕੋਈ ਮੰਤਰ ਪੜ੍ਹ ਲਓ, ਕੋਈ ਸ਼ਬਦ ਪੜ੍ਹ ਲਓ, ਠੀਕ ਹੋ ਜਾਏਗਾ। ਜੇ ਤੇ ਮਨ ਦੇ ਅੰਦਰ ਇਹ ਪ੍ਰਕਰਨ ਚੱਲ ਰਿਹਾ ਤੇ ਫਿਰ ਸਤਿਗੁਰ ਕਹਿੰਦੇ ਨੇ ਜੀਵਨ ਦੇ ਅੰਦਰ ਤਬਦੀਲੀ ਦੀ ਆਸ ਨਹੀਂ ਕੀਤੀ ਜਾ ਸਕਦੀ। ਤਬਦੀਲੀ ਦੀ ਆਸ ਉਦੋਂ ਹੁੰਦੀ ਹੈ ਜਦੋਂ ਉਸ ਚੀਜ਼ ਨੂੰ ਤੁਸੀਂ ਪ੍ਰੈਕਟੀਕਲ ਜੀਵਨ ਵਿੱਚ ਸਮਝਦੇ ਹੋ। ਵੇਖੋ, ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਚਰਨਾਂ ਵਿੱਚ ਰੱਖਦੇ ਹਾਂ। ਕਿਸੇ ਬੱਚੇ ਨੇ ਮੰਨ ਲਓ ਮੈਡੀਕਲ ਦੀ ਸਟੱਡੀ ਕਰਨੀ ਹੈ ਤੇ ਉਹਨੇ ਜਿਹੜਾ ਵਿਸ਼ਾ ਚੂਜ਼ ਕੀਤਾ ਨਾ, ਜਿਹੜਾ ਸਬਜੈਕਟ ਉਹਨੇ ਆਪਣੇ ਜੀਵਨ ਵਿੱਚ ਚੂਜ਼ ਕੀਤਾ ਵੀ ਮੈਂ ਇਸ ਵਿਸ਼ੇ ਤੇ, ਸਬਜੈਕਟ ਤੇ ਮੈਂ ਆਪਣੇ ਜੀਵਨ ਵਿੱਚ ਅੱਗੇ ਵਧਣਾ ਹੈ, ਉਹ ਫਿਰ ਉਸ ਚੀਜ਼ ਨੂੰ ਫੋਲੋ ਕਰਦਾ ਹੈ, ਉਸ ਚੀਜ਼ ਨੂੰ ਬੜੇ ਧਿਆਨ ਵਿੱਚ ਰੱਖਦਾ ਹੈ। ਉਹ ਕਿਤਾਬਾਂ ਜਿਹੜੀਆਂ ਉਸ ਮੁਕਾਮ ਤੱਕ ਪਹੁੰਚਣ ਲਈ ਉਹਨੂੰ ਪੜ੍ਹਨੀਆਂ ਪੈਣੀਆਂ ਨੇ, ਉਹਨਾਂ ਨੂੰ ਪੜ੍ਹਦਾ ਹੈ। ਐਸਾ ਤੇ ਨਹੀਂ ਉਹਨੇ ਬਣਨਾ ਕੁਝ ਹੋਰ ਹੋਵੇ ਤੇ ਪੜ੍ਹਾਈ ਕੁਝ ਹੋਰ ਕਰਦਾ ਹੋਵੇ। ਜੇ ਉਹ ਬਣਨਾ ਕੁਝ ਹੋਰ ਚਾਹੁੰਦਾ ਹੈ ਤੇ ਪੜ੍ਹਾਈ ਕਿਸੇ ਹੋਰ ਸਬਜੈਕਟ ਦੀ ਕਰ ਰਿਹਾ ਹੈ ਤੇ ਫਿਰ ਆਸ ਤੇ ਨਹੀਂ ਕੀਤੀ ਜਾ ਸਕਦੀ ਵੀ ਇਹ ਜੀਵਨ ਵਿੱਚ ਸਫਲ ਹੋਏਗਾ। ਇਹਨੂੰ ਭਾਈ ਸਾਹਿਬ, ਭਾਈ ਗੁਰਦਾਸ ਜੀ ਇੰਝ ਵੀ ਕਹਿੰਦੇ ਨੇ, ਭਲਿਆ ਇੱਕ ਗੱਲ ਚੇਤੇ ਰੱਖ, ਜੇ ਤੇਰੇ ਸਰੀਰ ਨੂੰ ਕੋਈ ਰੋਗ ਲੱਗਾ ਹੈ ਨਾ ਤੇ ਤੂੰ ਉਸ ਰੋਗ ਨੂੰ ਦੂਰ ਕਰਨ ਦੇ ਲਈ ਕਿਸੇ ਵੈਦ ਕੋਲੋਂ, ਕਿਸੇ ਚੰਗੇ ਡਾਕਟਰ ਕੋਲੋਂ ਜਾਏ ਤੇ ਉਹਨੂੰ ਇਹ ਆਖੇ ਵੀ ਮੇਰੇ ਤਨ ਨੂੰ ਰੋਗ ਲੱਗਾ ਹੈ ਤੇ ਇਹਦਾ ਕੋਈ ਉਪਚਾਰ ਦੱਸੋ, ਕੋਈ ਇਲਾਜ ਦੱਸੋ।
ਉਹ ਤੈਨੂੰ ਇਲਾਜ ਵੀ ਦੱਸ ਦੇ, ਪਰ ਨਾਲ ਤੈਨੂੰ ਆਖੇ ਵੀ ਇਲਾਜ ਇਹ ਦਵਾਈ ਖਾਣੀ ਹੈ, ਪਰ ਨਾਲ ਪਰਹੇਜ਼ ਵੀ ਕਰਨਾ ਹੈ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਦੋਨੋਂ ਚੀਜ਼ਾਂ ਨਾਲ ਨਾਲ ਚੱਲਣਗੀਆਂ, ਪਰਹੇਜ਼ ਵੀ ਚੱਲੇਗਾ ਤੇ ਦਵਾਈ ਵੀ ਚੱਲੇਗੀ। ਜੇ ਇਕੱਲੀ ਦਵਾਈ ਖਾ ਲਈ ਤੇ ਪਰਹੇਜ਼ ਨਾ ਕੀਤਾ ਤੇ ਉਹਦਾ ਅਸਰ ਨਹੀਂ ਹੋਣਾ, ਤੇ ਜੇ ਇਕੱਲਾ ਪਰਹੇਜ਼ ਕਰ ਲਿਆ ਤੇ ਦਵਾਈ ਨਾ ਖਾਧੀ ਤੇ ਸਤਿਗੁਰ ਕਹਿੰਦੇ ਨੇ ਫਿਰ ਵੀ ਅਧੂਰਾ ਹੈ। ਤੁਸੀਂ ਜਦੋਂ ਗੁਰੂ ਕਲਗੀਧਰ ਸਾਹਿਬ ਜੀ ਦੇ ਰਹਿਤਨਾਮਿਆਂ ਦੇ ਇਹ ਬਚਨ ਪੜ੍ਹਦੇ ਹੋ ਨਾ, ਜਿੱਥੇ ਪਾਤਸ਼ਾਹ ਕਹਿੰਦੇ ਨੇ ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਸਤਿਗੁਰ ਜੀ ਸਾਨੂੰ ਜਿੱਥੇ ਦਵਾਈ ਦੇ ਰਹੇ ਨੇ ਬਾਣੀ ਦੇ ਰੂਪ ਵਿੱਚ, ਔਖਦ ਤੇਰੋ ਨਾਮ ਦਿਆਲ, ਜਿੱਥੇ ਸਤਿਗੁਰ ਜੀ ਕਹਿੰਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ, ਜਿੱਥੇ ਇਸ ਪੂਰੇ ਵੈਦ ਕੋਲੋਂ ਸਤਿਗੁਰ ਜੀ ਕਹਿੰਦੇ ਨੇ ਨਾਮ ਦੀ ਔਖਦ ਲੈ ਕੇ ਖਾ, ਉਥੇ ਸਤਿਗੁਰ ਜੀ ਨਾਲ ਦੱਸ ਵੀ ਰਹੇ ਨੇ ਵੀ ਕੱਲੀ ਔਖਦ ਖਾਦਿਆਂ ਗੱਲ ਨਹੀਂ ਬਣਨੀ। ਔਖਦ ਦੇ ਰਾਹੀਂ ਜਿਹੜੀ ਤੈਨੂੰ ਜੀਵਨ ਜਾਂਚ ਦਿੱਤੀ ਜਾ ਰਹੀ ਹੈ ਨਾ, ਜਿਹੜਾ ਤੈਨੂੰ ਦੱਸਿਆ ਜਾ ਰਿਹਾ ਹੈ ਵੀ ਆਹ ਚੀਜ਼ ਦਾ ਤੂੰ ਪਰਹੇਜ਼ ਵੀ ਰੱਖਣਾ ਹੈ ਆਪਣੇ ਜੀਵਨ ਵਿੱਚ। ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਜੇ ਤੇਰੇ ਕੋਲੋਂ ਉਹ ਪਰਹੇਜ਼ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਰਹਿਤ ਤੋਂ ਬਿਨਾ ਸਭ ਕਹਿੰਦੇ ਨੇ ਮਰਿਆਦਾ ਤੋਂ ਬਿਨਾ, ਜੀਵਨ ਦੀ ਮਰਿਆਦਾ ਤੋਂ ਬਿਨਾ, ਇੱਕ ਪ੍ਰੈਕਟੀਕਲ ਜੀਵਨ ਜੀਣ ਤੋਂ ਬਿਨਾ ਸਤਿਗੁਰ ਕਹਿੰਦੇ ਨੇ ਤੂੰ ਇਸ ਆਨੰਦ ਨੂੰ ਨਹੀਂ ਮਾਣ ਸਕਦਾ। ਇਸੇ ਕਰਕੇ ਸਤਿਗੁਰ ਨੇ ਬੜੀਆਂ ਕੋਮਨ ਚੀਜ਼ਾਂ ਸਾਡੇ ਸਾਹਮਣੇ ਬਾਣੀ ਵਿੱਚ ਰੱਖੀਆਂ ਨੇ, ਤੇ ਜੇ ਸਾਡੀ ਮਨਸਾ ਇਹ ਹੈ ਵੀ ਅਸੀਂ ਜੀਵਨ ਦੇ ਵਿੱਚ ਬਦਲਾਵ ਚਾਹੁੰਦੇ ਹਾਂ ਤੇ ਫਿਰ ਸਾਨੂੰ ਇਹਨਾਂ ਨੂੰ ਇੰਪਲੀਮੈਂਟ ਕਰਨਾ ਪੈਣਾ ਹੈ। ਨਹੀਂ ਤੇ ਸਦੀਆਂ ਤੋਂ, ਬਾਬੇ ਨਾਨਕ ਤੋਂ ਪਹਿਲਾਂ ਵੀ ਧਰਮ ਤੇ ਉਦੋਂ ਵੀ ਮੌਜੂਦ ਸਨ। ਜੇ ਅੱਜ ਵੀ ਕੋਈ ਆ ਕੇ ਆਖੇ ਵੀ ਭਾਈ ਸਾਹਿਬ ਜੀ ਮੇਰੇ ਘਰ ਵਿੱਚ ਆ ਦੁੱਖ ਹੈ, ਮੈਨੂੰ ਸ਼ਬਦ ਦੇ ਦਿਓ, ਮੈਂ ਕਿਹੜਾ ਸ਼ਬਦ ਪੜਾਂ ਮੇਰਾ ਦੁੱਖ ਦੂਰ ਹੋ ਜਾਏ, ਇਹਦਾ ਮਤਲਬ ਇਹ ਉਹ ਸ਼ਬਦ ਨਾਲ, ਬਾਣੀ ਨਾਲ, ਗੁਰੂ ਨਾਲ ਇਸ ਕਰਕੇ ਨਹੀਂ ਜੁੜਿਆ ਹੋਇਆ ਵੀ ਉਹ ਗੁਰੂ ਤੋਂ ਕੁਝ ਸਿੱਖਣਾ ਚਾਹੁੰਦਾ ਹੈ। ਉਹ ਇਸ ਕਰਕੇ ਜੁੜਿਆ ਹੋਇਆ ਹੈ ਕਿ ਉਹ ਸ਼ਬਦ ਨੂੰ ਕੋਈ ਮੰਤਰ ਸਮਝ ਕੇ ਪੂਜਣਾ ਚਾਹੁੰਦਾ ਹੈ ਤਾਂ ਕਿ ਉਹਦੇ ਵਿੱਚੋਂ ਉਹਨੂੰ ਉਹਦਾ ਜਿਹੜਾ ਰੋਗ ਹੈ ਉਹ ਦੂਰ ਹੋ ਜਾਏ। ਸਤਿਗੁਰ ਤੇ ਸਾਨੂੰ ਜੀਵਨ ਜਾਂਚ ਦੇ ਰਹੇ ਨੇ, ਪਾਤਸ਼ਾਹ ਤੇ ਚਾਹੁੰਦੇ ਨੇ। ਮੰਨ ਲਓ ਹੁਣ ਦੋ ਭਰਾ ਨੇ, ਰੋਜ਼ ਗੁਰਦੁਆਰੇ ਆਉਣ ਵਾਲੇ ਨੇ, ਬਾਣੀ ਪੜ੍ਹਨ ਵਾਲੇ ਨੇ। ਹੁਣ ਦੋਨਾਂ ਦਾ ਆਪਸੀ ਵਿੱਚ ਕੋਈ ਝਗੜਾ ਹੋ ਗਿਆ, ਝਗੜਾ ਹੋਇਆ ਤੇ ਇੱਕ ਭਰਾ ਨੇ ਦੂਜੇ ਤੇ ਕੋਈ ਜਾਇਦਾਦ ਦਾ ਝਗੜਾ, ਕੇਸ ਉਹਨੇ ਕੇਸ ਕਰ ਦਿੱਤਾ ਵੀ ਇਹ ਮੇਰੇ ਭਰਾ ਨੇ ਮੇਰੇ ਨਾਲ ਇਹ ਜਾਤੀ ਕੀਤੀ ਹੈ, ਮੈਨੂੰ ਮੇਰੀ ਜਿਹੜੀ ਜ਼ਮੀਨ ਹੈ ਜਾਇਦਾਦ ਹੈ ਉਹ ਮੈਨੂੰ ਦਵਾਈ ਜਾਏ। ਹੁਣ ਦੇਖੋ ਦੋਨਾਂ ਦਾ ਕੇਸ ਚੱਲਦਾ ਪਿਆ। ਹੁਣ ਇੱਕ ਭਰਾ ਜਿਹੜਾ ਗੁਰਦੁਆਰੇ ਆ ਕੇ ਕਹਿੰਦਾ ਭਾਈ ਸਾਹਿਬ ਜੀ ਕੋਈ ਸ਼ਬਦ ਦੇ ਦਿਓ, ਫਲਾਣੀ ਤਰੀਕ ਨੂੰ ਕੋਰਟ ਦੀ ਡੇਟ ਹੈ, ਤਰੀਕ ਹੈ, ਮੇਰੀ ਉਹ ਸਮਾਂ ਚੰਗਾ ਲੰਘ ਜਾਏ, ਮੇਰੇ ਫੇਵਰ ਵਿੱਚ, ਹੱਕ ਵਿੱਚ, ਅਦਾਲਤ ਵਿੱਚ ਹੁਕਮ ਹੋ ਜਾਏ। ਉਹ ਸ਼ਬਦ ਲੈ ਕੇ ਬਾਣੀ ਦਾ ਪੜ੍ਹੇ ਤੇ ਦੂਜਾ ਆਇਆ ਤੇ ਉਹ ਵੀ ਆਖੇ। ਹੁਣ ਗੁਰਬਾਣੀ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੇ ਦੋਵੇਂ ਭਰਾ, ਦੋਵਾਂ ਦੀ ਮਾਨਸਿਕਤਾ ਇੱਕੋ ਵਰਗੀ ਹੈ ਤੇ ਗੁਰੂ ਤੇ ਸ਼ਬਦ ਰਾਹੀਂ ਇਹ ਦੱਸ ਰਿਹਾ ਵੀ ਭਾਈ ਤੁਸੀਂ ਪਿਆਰ ਨਾਲ ਬੈਠ ਕੇ, ਤੁਸੀਂ ਦੋਵੇਂ ਇੱਕੋ ਮਾਂ-ਬਾਪ ਦੇ ਜਾਏ ਹੋ, ਪਿਆਰ ਨਾਲ ਬੈਠ ਕੇ ਆਪਸ ਵਿੱਚ ਮਿਲਵਰਤਨ ਦੇ ਨਾਲ ਇਸ ਚੀਜ਼ ਨੂੰ ਡਿਸਾਈਡ ਕਰ ਲਵੋ ਵੀ ਕਿਹਨੂੰ ਕਿੰਨਾ, ਅਗਰ ਕਿਸੇ ਨੂੰ ਥੋੜਾ ਘੱਟ ਵੱਧ ਵੀ ਜਾਂਦਾ ਹੈ ਤੇ ਇੱਕ ਦੂਜੇ ਵੱਲ ਵੇਖ ਲਵੋ। ਇੱਕ ਜੇ ਜੀਵਨ ਵਿੱਚ ਚੰਗੇ ਸਟੇਟਸ ਤੇ ਹੈ ਉਹ ਦੂਜੇ ਭਰਾ ਨੂੰ ਥੋੜਾ ਜ਼ਿਆਦਾ ਦੇ ਦੇ। ਉੱਥੇ ਤੇ ਆਪਸ ਦੇ ਵਿੱਚ ਪਿਆਰ ਦੀ ਗੱਲ ਹੈ। ਤੇ ਜੇ ਦੋਵੇਂ ਆਖਣ ਵੀ ਨਹੀਂ ਮੈਂ ਵੀ ਸ਼ਬਦ ਪੜ੍ਹਿਆ ਬਾਣੀ ਦਾ ਤੇ ਮੈਂ ਜਿੱਤਾਂਗਾ, ਦੂਜਾ ਕਿ ਮੈਂ ਸ਼ਬਦ ਪੜ੍ਹਿਆ ਤੇ ਮੈਂ ਜਿੱਤਾਂਗਾ, ਜਿੱਤਣਾ ਤੇ ਇੱਕ ਨਹੀਂ ਹੈ ਨਾ, ਦੋਵੇਂ ਤੇ ਨਹੀਂ ਜਿੱਤਣਗੇ। ਹੁਣ ਜਿਹੜਾ ਜਿੱਤ ਜਾਏਗਾ ਉਹ ਆਖੇਗਾ ਜੀ ਦੇਖੋ ਕਿੰਨੀ ਕਰਾਮਾਤ ਹੈ, ਤੇ ਜਿਹੜਾ ਹਾਰ ਗਿਆ ਉਹਨੂੰ ਕਿੱਥੇ ਖੜਾ ਕਰਾਂਗੇ, ਉਹਦੇ ਮਨ ਦੀ ਭਾਵਨਾ ਨੂੰ ਕਿੱਥੇ ਖੜਾ ਕਰੋਗੇ। ਹਾਲਾਂਕਿ ਉਹਨੇ ਜੋ ਉਹਨੇ ਕਰਮ ਕੀਤਾ ਹੈ ਉਹਦੀ ਅਗਿਆਨਤਾ ਵਿੱਚ ਉਪਜੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ ਤੈਨੂੰ ਬਾਣੀ ਨੂੰ ਸਮਝਣਾ ਪੈਣਾ। ਅੱਜ ਬਾਬਾ ਨਾਨਕ ਜੀ, ਗੁਰੂ ਅਰਜਨ ਸਾਹਿਬ ਪਾਤਸ਼ਾਹ ਪੰਚਮ ਪਿਤਾ ਕਹਿੰਦੇ ਨੇ ਧਨਵੰਤਾ ਹੋਏ ਕਰ ਗਰਬਾਵੇ। ਧਨਵੰਤ ਦਾ ਮਤਲਬ ਹੁੰਦਾ ਹੈ ਧਨਵਾਨ, ਜਿਹਦੇ ਕੋਲ ਧਨ ਦੀ ਬਹੁਤਾਤ ਹੋਵੇ, ਜਿਹਦੇ ਕੋਲ ਧਨ ਬਹੁਤ ਹੋਵੇ ਨਾ,
ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਧਨਵੰਤ ਬੰਦਾ ਹੁੰਦਾ ਹੈ ਨਾ, ਧਨਵਾਨ, ਮਾਇਆ ਪੈਸਾ ਜਿੰਦੇ ਕੋਲ ਬਹੁਤ ਹੈ, ਪਾਤਸ਼ਾਹ ਕਹਿੰਦੇ ਨੇ ਉਹ ਇਸੇ ਕਰਕੇ ਗਰਬ ਆਵੇ, ਅਹੰਕਾਰ ਕਰ ਰਿਹਾ ਵੀ ਮੇਰੇ ਕੋਲ ਹੈ ਬਹੁਤ, ਮੇਰੇ ਕੋਲ ਪਦਾਰਥ ਧਨ ਬਹੁਤ ਨੇ, ਮੇਰੇ ਕੋਲ ਧਨ ਦੀ ਕੋਈ ਕਮੀ ਨਹੀਂ। ਤੁਸੀਂ ਵੇਖੋ ਸੰਸਾਰ ਦੇ ਅੰਦਰ ਜਦੋਂ ਰਸਤੇ 'ਚੋਂ ਜਾਂਦਿਆਂ ਹੋਇਆਂ ਕੋਈ ਬੰਦਾ ਕਿਸੇ ਦੇ ਨਾਲ ਕਿਸੇ ਬਿਲਕੁਲ ਅਨਕੋਮਨ ਜੀ ਗੱਲ ਦੇ ਉੱਤੇ ਜਦੋਂ ਕੋਈ ਬੰਦਾ ਕਿਸੇ ਨਾਲ ਝਗੜਾ ਕਰ ਲੈਂਦਾ ਹੈ, ਹਾਲਾਂਕਿ ਉਹਦੇ ਕੋਲੋਂ ਗੱਡੀ ਜਿੰਦੇ ਤੇ ਉਹ ਜਾ ਰਿਹਾ ਉਹ ਬੜੀ ਵੱਡੀ ਹੈ, ਹੋ ਸਕਦਾ ਉਹ ਘੱਟ ਤੋਂ ਘੱਟ ਵੀ ਕਰੋੜ 2 ਕਰੋੜ ਦੀ ਆਈ ਹੋਵੇ, ਤੇ ਜਿਸ ਬੰਦੇ ਦੀ ਬਾਈਕ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਮਾੜਾ ਮੋਟਾ ਕੋਈ ਟੱਚ ਕੀਤਾ, ਉਹ ਇਹ ਨਹੀਂ ਆਖੇਗਾ ਉਹ ਉਤਰ ਕੇ ਵੀ ਤੈਨੂੰ ਲੱਗੀ ਤੇ ਨਹੀਂ, ਉਹ ਆਖੇਗਾ ਤੂੰ ਮੇਰੀ ਗੱਡੀ ਨੂੰ ਡੈਂਟ ਪਾ ਦਿੱਤਾ, ਇਹਦਾ ਖਰਚਾ ਤੈਨੂੰ ਦੇਣਾ ਪੈਣਾ। ਉਹਨੂੰ ਜਿਹੜੇ ਬੋਲ ਉਹਦੇ ਅੰਦਰੋਂ ਨਿਕਲ ਰਹੇ ਨੇ ਉਹ ਮਾਨਵਤਾ ਵਾਲੇ ਬੋਲ ਨਹੀਂ ਨਿਕਲਦੇ, ਉਹ ਅਹੰਕਾਰ ਵਾਲੇ ਬੋਲ ਨਿਕਲਦੇ ਨੇ। ਧਿਆਨ ਦੇਣਾ, ਸਤਿਗੁਰ ਜਿਹੜੀ ਗੱਲ ਕਹਿ ਰਹੇ ਨੇ ਇੱਥੇ ਪਾਤਸ਼ਾਹ ਕਹਿੰਦੇ ਨੇ ਧਨਵੰਤ ਬੰਦਾ ਹੈ ਨਾ, ਮੈਂ ਇਸੇ ਕਰਕੇ ਆਪਾਂ ਬਾਣੀ ਨੂੰ ਸਿਰਫ ਪ੍ਰੈਕਟੀਕਲ ਰੂਪ ਵਿੱਚ ਸਮਝਣਾ ਹੈ। ਪਾਤਸ਼ਾਹ ਕਹਿੰਦੇ ਨੇ ਜਿਹੜਾ ਧਨਵੰਤ ਬੰਦਾ ਹੈ, ਧਨਵੰਤਾ ਹੋਏ ਕਰ ਗਰਬ ਆਵੇ, ਉਹ ਇਸ ਕਰਕੇ ਅਹੰਕਾਰ ਕਰੀ ਜਾ ਰਿਹਾ ਵੀ ਮੇਰੇ ਕੋਲੋਂ ਧਨ ਬਹੁਤ ਹੈ। ਪਰ ਪਾਤਸ਼ਾਹ ਕਹਿੰਦੇ ਨੇ ਤ੍ਰਿਣ ਸਮਾਨ ਕੱਛ ਸੰਗ ਨਾ ਜਾਵੇ, ਪਾਤਸ਼ਾਹ ਕਹਿੰਦੇ ਨੇ ਤੀਲੇ ਜਿੰਨਾ ਵੀ ਤੇਰੇ ਨਾਲ ਨਹੀਂ ਜਾਣਾ। ਹੁਣ ਪਾਤਸ਼ਾਹ ਜੀ ਇਸੇ ਕਰਕੇ ਕਹਿ ਰਹੇ ਨੇ, ਸਤਿਗੁਰ ਕਹਿੰਦੇ ਨੇ ਮਾਣ ਕਿਸ ਚੀਜ਼ ਦਾ ਜਿਹੜੀ ਤੇਰੀ ਹੈ ਹੀ ਨਹੀਂ। ਹੁਣ ਜਿਵੇਂ ਆਖਾਂ ਵੀ ਧਨ ਮੇਰਾ, ਸਤਿਗੁਰ ਕਹਿੰਦੇ ਨੇ ਤੇਰਾ ਤੇ ਹੈ ਹੀ ਨਹੀਂ। ਜਿਵੇਂ ਆਖਾਂ ਪ੍ਰਾਪਰਟੀ ਮੇਰੀ ਹੈ, ਸਤਿਗੁਰ ਕਹਿੰਦੇ ਨੇ ਤੇਰੀ ਨਹੀਂ ਹੈ, ਕਾਗਜ਼ਾਂ ਵਿੱਚ ਤੇਰਾ ਨਾਮ ਜ਼ਰੂਰ ਲਿਖਿਆ ਹੈ ਪਰ ਇਹਨਾਂ ਕਾਗਜ਼ਾਂ ਵਿੱਚ ਤੇਰੇ ਤੋਂ ਪਹਿਲਾਂ ਕੋਈ ਹੋਰ ਨਾਮ ਲਿਖਿਆ ਹੋਇਆ ਸੀ। ਉਹ ਨਾਮ ਕਿਹਦਾ ਸੀ? ਪੁੱਛਿਆ ਜਾਏ ਕਹੇਗਾ ਜੀ ਮੇਰੇ ਬਾਪ ਦਾ ਸੀ। ਤੇ ਕਹਿਣ ਲੱਗੇ ਜਦੋਂ ਤੇਰਾ ਬਾਪ ਸੀ, ਬਾਪ ਤੋਂ ਪਹਿਲਾਂ ਨਾਮ ਕਿਹਦਾ ਸੀ? ਉਹ ਕਹਿੰਦੇ ਮੇਰੇ ਦਾਦੇ ਦਾ ਸੀ। ਅੱਜ ਤੇਰਾ ਤੇ ਤੇਰੇ ਤੋਂ ਬਾਅਦ ਕਿਹਦਾ ਹੋਏਗਾ? ਆਖੇਗਾ ਜੀ ਮੇਰੇ ਪੁੱਤਰ ਦਾ ਹੋਏਗਾ। ਬੜੀ ਪਿਆਰੀ ਗੱਲ ਕਿਸੇ ਸੱਜਣ ਨੇ ਕਹੀ, ਉਹ ਕਹਿੰਦੇ ਕੋਈ ਇਨਸਾਨ ਬੜਾ ਸਾਧਿਆ ਹੋਇਆ ਫਕੀਰ ਪਿਆਰਾ, ਉਹ ਕਿਸੇ ਰਾਜੇ ਦੇ ਮਹਿਲ ਦੇ ਬਾਹਰ ਖੜਾ ਹੈ, ਬਹੁਤ ਸੋਹਣਾ ਘਰ ਬਣਿਆ ਹੋਇਆ ਹੈ, ਬਾਹਰ ਚੌਂਕੀਦਾਰ ਖੜੇ ਨੇ, ਅਹਿਲਕਾਰ ਖੜੇ ਨੇ। ਉਹ ਕਹਿੰਦੇ ਨੇ ਭਲਿਆ ਆ ਇਸ ਘਰ ਦੇ ਅੰਦਰ ਮੈਂ ਰਾਤ ਕੱਟਣੀ ਹੈ, ਇਹ ਜਿਹੜੀ ਧਰਮਸ਼ਾਲਾ ਹੈ ਨਾ, ਉਹਨੇ ਧਰਮਸ਼ਾਲਾ ਕਹਿ ਕੇ ਸੰਬੋਧਨ ਕੀਤਾ। ਕਹਿੰਦੇ ਇਸ ਧਰਮਸ਼ਾਲ ਦੇ ਅੰਦਰ ਮੈਂ ਰਾਤ ਰਹਿਣਾ ਹੈ। ਤੇ ਜਿਹੜਾ ਬਾਹਰ ਖੜਾ ਸੀ ਉਹਨੂੰ ਗਾਰਡ ਕਹਿ ਲਓ, ਚੌਂਕੀਦਾਰ ਕਹਿ ਲਓ, ਜਾਂ ਉਹਨੂੰ ਕੋਈ ਕਿਸੇ ਰਾਜੇ ਦਾ ਵਜ਼ੀਰ, ਉਹ ਜਿਹੜਾ ਬਾਹਰ ਚੌਂਕ ਖੜਾ ਹੁੰਦਾ ਹੈ ਅਹਿਲਕਾਰ, ਉਹ ਕਹਿ ਲਓ, ਗੱਲ ਸਿਰਫ ਸਮਝਣ ਦੇ ਲਈ ਹੈ। ਉਹ ਜਿਹੜਾ ਬਾਹਰ ਖੜਾ ਸੀ ਉਹ ਕਹਿੰਦਾ ਤੈਨੂੰ ਨਜ਼ਰ ਨਹੀਂ ਆਉਂਦਾ ਹੈ ਫਲਾਣੇ ਬੰਦੇ ਦਾ ਘਰ ਹੈ? ਵੇਖ ਬਾਹਰ ਕਿੱਡੀ ਵੱਡੀ ਨੇਮ ਪਲੇਟ ਲੱਗੀ ਹੋਈ ਹੈ, ਇਹ ਕੋਈ ਧਰਮਸ਼ਾਲ ਨਹੀਂ, ਇਹ ਤੇ ਬੜੇ ਵੱਡੇ ਪਹੁੰਚੇ ਹੋਏ ਬੰਦੇ, ਬਿਜ਼ਨਸਮੈਨ, ਕਿਸੇ ਇਨਸਾਨ ਦਾ ਘਰ ਹੈ, ਤੈਨੂੰ ਐਡੀ ਵੱਡੀ ਕੋਠੀ ਨਜ਼ਰ ਨਹੀਂ ਆਉਂਦੀ? ਉਹ ਕਹਿਣ ਲੱਗੇ ਨਹੀਂ ਇਹ ਧਰਮਸ਼ਾਲ ਹੈ। ਜਿਹੜਾ ਬਾਹਰ ਖੜਾ ਸੀ ਕਹਿੰਦਾ ਇਸ ਧਰਮਸ਼ਾਲ ਹੈ, ਮੈਂ ਇਹਦੇ ਵਿੱਚ ਰੁਕਣਾ ਹੈ। ਉਹਨੇ ਆਖਿਆ ਵੀ ਤੈਨੂੰ ਆਖਿਆ ਧਰਮਸ਼ਾਲ ਨਹੀਂ, ਇਹ ਕਿਸੇ ਬੰਦੇ ਦਾ ਮਕਾਨ ਹੈ, ਘਰ ਹੈ, ਬਣੀ ਹੋਈ ਹੁੰਦੀ ਜਾਇਦਾਦ ਹੈ। ਜੇ ਧਰਮਸ਼ਾਲ ਵਿੱਚ ਜਾਣਾ ਹੈ ਤੇ ਮੈਂ ਤੈਨੂੰ ਉੱਥੇ ਵੀ ਪਹੁੰਚਾ ਦੇਣਾ। ਉਹ ਆਖੇ ਨਹੀਂ ਮੈਂ ਤੇ ਇਸੇ ਧਰਮਸ਼ਾਲ ਵਿੱਚ ਰੁਕਣਾ ਹੈ। ਹੁਣ ਦੋਨਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ, ਬਹਿਸ ਚੱਲ ਰਹੀ। ਮਾਲਕ ਜਿਹੜਾ ਸੀ ਬਾਹਰ ਨਿਕਲ ਆਇਆ, ਕੀ ਗੱਲ ਹੋ ਗਈ? ਉਹ ਕਹਿੰਦਾ ਦੇਖੋ ਜੀ ਮੈਂ ਕਿਦੋਂ ਦਾ ਸਮਝਾ ਰਿਹਾ ਇਹਨੂੰ ਵੀ ਇਹ ਤੇਰਾ ਘਰ ਨਹੀਂ ਹੈ, ਉਹ ਮਾਫ ਕਰਨਾ ਇਹ ਧਰਮਸ਼ਾਲ ਨਹੀਂ ਹੈ। ਮੈਂ ਤੈਨੂੰ ਕਿਦੋਂ ਦਾ ਕਹਿ ਰਿਹਾ ਤੇ ਸਾਡੇ ਮਾਲਕ ਦਾ ਤੁਹਾਡਾ ਨਾਮ ਲੈ ਲੈ ਕੇ ਦੱਸ ਰਿਹਾ ਵੀ ਇਹ ਤੇ ਇਹਨਾਂ ਦਾ ਘਰ ਹੈ, ਇਹਨਾਂ ਦੀ ਨਿੱਜੀ ਪ੍ਰਾਪਰਟੀ ਹੈ, ਜਾਇਦਾਦ ਹੈ। ਉਹ ਬੰਦਾ ਕਹਿੰਦਾ ਨਹੀਂ, ਇਹ ਮੰਨਦਾ ਹੀ ਨਹੀਂ ਹੈਗਾ, ਇਹਨੂੰ ਬੜਾ ਸਮਝਾਇਆ ਹੈ। ਹੁਣ ਮਾਲਕ ਨੇ ਪੁੱਛਿਆ, ਕਹਿਣ ਲੱਗੇ ਕੀ ਗੱਲ, ਤੂੰ ਇਸ ਦੀ ਗੱਲ ਨੂੰ ਮੰਨਦਾ ਕਿਉਂ ਨਹੀਂ? ਉਹ ਕਹਿਣ ਲੱਗੇ ਮੰਨਾ ਤਾਂ ਜੇ ਮੈਂ ਝੂਠਾ ਹੋਵਾਂ ਤੇ। ਕਹਿਣ ਲੱਗਾ ਤੂੰ ਸੱਚਾ ਹੈ ਵੀ ਨਹੀਂ, ਕਿਉਂਕਿ ਇਹ ਤੇ ਮੇਰਾ ਘਰ ਹੈ ਤੇ ਧਰਮਸ਼ਾਲ ਹੈ ਹੀ ਨਹੀਂ। ਉਹ ਕਹਿੰਦਾ ਨਹੀਂ, ਇਸ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਵੀ ਮੈਂ ਇੱਥੇ ਆਇਆ ਸਾਂ, ਉਦੋਂ ਵੀ ਬਾਹਰ ਇੱਕ ਦਰਬਾਰੀ ਖੜਾ ਸੀ, ਉਦੋਂ ਵੀ ਮੈਨੂੰ ਇਹੀ ਗੱਲ ਆਖੀ ਸੀ ਤੇ ਉਦੋਂ ਘਰੋਂ ਕੋਈ ਬਾਹਰ ਨਿਕਲਿਆ ਸੀ ਦੂਜਾ, ਉਹਦਾ ਮੁਹਾਂਦਰਾ ਤੁਹਾਡੇ ਵਰਗਾ ਹੀ ਸੀ। ਕਹਿਣ ਲੱਗਾ ਹਾਂ ਉਹ ਮੇਰਾ ਪਿਓ ਹੋਏਗਾ, ਮੇਰਾ ਪਿਤਾ ਹੋਏਗਾ। ਕਹਿੰਦੇ ਉਹ ਕਿੱਥੇ ਹੈ? ਕਹਿੰਦੇ ਉਹ ਤੇ ਕੁਝ ਸਮਾਂ ਪਹਿਲਾਂ ਉਹਨਾਂ ਦੀ ਤੇ ਮੌਤ ਹੋ ਗਈ, ਉਹ ਤੇ ਚਲਾਣਾ ਕਰ ਗਏ ਨੇ। ਕਹਿਣ ਲੱਗੇ ਅੱਜ ਤੁਸੀਂ ਹੋ। ਉਹਨੇ ਜਿਹੜੀ ਗੱਲ ਸਮਝਾਉਣ ਦੀ, ਕਹਿਣ ਲੱਗੇ ਉਸ ਤੋਂ ਪਹਿਲਾਂ ਤੁਹਾਡੇ ਪਿਤਾ ਸੋ। ਤੇ ਕਹਿਣ ਲੱਗੇ ਜਦੋਂ ਮੈਂ ਪਿਛਲੀ ਵਾਰੀ ਆਇਆ ਉਦੋਂ ਕੋਈ ਹੋਰ, ਜੇ ਅੱਜ ਆਇਆ ਤੇ ਕੋਈ ਹੋਰ। ਜਿੱਥੇ ਜਦੋਂ ਆਈਏ ਤੇ ਉੱਥੇ ਰਹਿਣ ਵਾਲੇ ਬੰਦੇ ਹੀ ਬਦਲ ਜਾਣ ਤੇ ਕਹਿੰਦੇ ਉਹਨੂੰ ਧਰਮਸ਼ਾਲ ਨਹੀਂ ਆਖਾਂਗੇ, ਤੈਨੂੰ ਕੀ ਆਖਾਂਗੇ? ਗੱਲ ਤੇ ਸਮਝ। ਤ੍ਰਿਣ ਸਮਾਨ
ਕੱਛ ਸੰਗ ਨਾ ਜਾਵੇ। ਸਤਿਗੁਰ ਕਹਿੰਦੇ ਨੇ ਤੀਲੇ ਜਿੰਨਾ ਵੀ ਤੇਰੇ ਨਾਲ ਨਹੀਂ ਜਾਣਾ। ਧੰਨ ਗੁਰੂ ਬਾਬਾ ਨਾਨਕ ਜੀ ਲਾਹੌਰ ਦੀ ਧਰਤੀ ਤੇ ਜਦੋਂ ਦਾਤਾਰ ਪਿਤਾ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਪਹੁੰਚੇ ਨੇ, ਇੱਥੇ ਸਤਿਗੁਰ ਪਾਤਸ਼ਾਹ ਜੀ ਨੂੰ ਇੱਕ ਬੜਾ ਵੱਡਾ ਆਦਮੀ ਜਿਹੜਾ ਰਹੀਸ, ਜਿੰਦੇ ਘਰ ਦੇ ਬਾਹਰ ਇਤਿਹਾਸ ਲਿਖਦਾ 7 ਝੰਡੇ ਲੱਗੇ ਹੋਏ ਸਨ। ਦਾਤਾਰ ਪਿਤਾ ਜੀ ਨੇ ਉਹਨੂੰ ਪੁੱਛਿਆ ਵੀ ਕੀ ਗੱਲ ਤੇਰੇ ਘਰ ਦੇ ਬਾਹਰ ਝੰਡੇ, ਵੱਖਰੀ ਜੀ ਗੱਲ ਵੇਖੀ ਵੀ ਕੋਈ ਹੋਰ ਝੰਡਾ ਤੇ ਦੇਖਿਆ ਨਹੀਂ ਪਿੰਡ ਵਿੱਚ ਲੱਗਾ ਹੋਇਆ, ਨਗਰ ਵਿੱਚ ਲੱਗਾ ਹੋਇਆ। ਉਹ ਕਹਿੰਦੇ ਨੇ ਇੱਕ ਇੱਕ ਝੰਡਾ ਮੇਰੀ ਇੱਕ ਇੱਕ ਪ੍ਰਾਪਰਟੀ ਦਾ ਲਖਾਇਕ ਹੈ। ਇਹ ਝੰਡੇ ਦੱਸ ਰਹੇ ਨੇ ਵੀ ਮੈਂ ਕਿੰਨੀ ਜਾਇਦਾਦ ਦਾ ਮਾਲਕ ਹਾਂ। ਇੱਕ ਝੰਡਾ ਮਤਲਬ ਮੇਰੇ ਕੋਲ 1 ਲੱਖ, 7 ਝੰਡੇ ਮਤਲਬ ਮੇਰੇ ਕੋਲ ਲੱਖਾਂ ਦੀ ਤਾਦਾਦ ਵਿੱਚ ਜਾਇਦਾਦ ਹੈ। ਇਹ ਮੇਰੇ ਝੰਡੇ ਝੂਲਦੇ ਹੋਏ ਦੱਸਦੇ ਨੇ ਵੀ ਮੈਂ ਬੜੀ ਮਾਇਆ ਦਾ ਮਾਲਕ ਹਾਂ, ਬੜੀ ਪ੍ਰਾਪਰਟੀ ਦਾ ਮਾਲਕ ਹਾਂ। ਸਤਿਗੁਰ ਪਾਤਸ਼ਾਹ ਜੀ ਰਾਤ ਰੁਕ ਗਏ ਇਹਦੇ ਘਰ। ਇਹਨੇ ਬੜੀ ਸੇਵਾ ਭਗਤ ਕੀਤੀ। ਪਾਤਸ਼ਾਹ ਜੀ ਜਦੋਂ ਰਾਤ ਰੁਕੇ, ਸਤਿਗੁਰ ਨੇ ਵੇਖਿਆ ਵੀ ਬੰਦਾ ਅੰਦਰੋਂ ਆਪਣੀ ਜਿਹੜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੋ ਕੁਝ ਇਹਨੇ ਵਿਹਾਜਿਆ, ਇਹਨੂੰ ਉਹਦੇ ਮਨ ਵਿੱਚ ਲਾਲਚ ਤੇ ਹੰਕਾਰ ਬੜਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਰਾਤ ਨੂੰ ਵੀ ਸਵੇਰੇ ਅਸੀਂ ਤੁਰ ਜਾਣਾ ਹੈ, ਮੁੜ ਕੇ ਆਪਣੀ ਪਤਾ ਨਹੀਂ ਮੁਲਾਕਾਤ ਹੋਏ ਕਿ ਨਾ ਹੋਵੇ, ਪਰ ਇੱਕ ਥਾਂ ਤੇ ਆਪਣੀ ਮੁਲਾਕਾਤ ਨਿਸ਼ਚਿਤ ਹੈ। ਜਿੱਦਣ ਸੰਸਾਰ ਤੋਂ ਤੂੰ ਵੀ ਨਹੀਂ ਰਹਿਣਾ, ਮੈਂ ਵੀ ਨਹੀਂ ਰਹਿਣਾ, ਜਿੱਦਣ ਆਪਾਂ ਮਰਾਂਗੇ ਰੱਬ ਦੇ ਘਰ ਮਿਲਾਂਗੇ। ਤੇ ਕੰਮ ਕਰੀ ਮੇਰਾ। ਸਤਿਗੁਰ ਨੇ ਆਪਣੀ ਕੱਪੜਿਆਂ ਦੇ ਵਿੱਚੋਂ, ਸਮਾਨ ਵਿੱਚੋਂ ਇੱਕ ਸੂਈ ਕੱਢ ਕੇ ਉਹਦੇ ਹੱਥ ਤੇ ਰੱਖਤੀ ਵੀ ਆ ਮੈਨੂੰ ਸੂਈ ਉੱਥੇ ਦੇ ਦੇ। ਹੁਣ ਜਦੋਂ ਮੱਤ ਤੇ ਪਰਦਾ ਪਾਇਆ ਹੋਇਆ ਸੀ ਧਨ ਨੇ, ਬੜੀ ਚਾਉ ਚਾਈ ਸੂਈ ਲੈ ਵੀ ਲਈ, ਧਿਆਨ ਦੇਣਾ ਲੈ ਵੀ ਲਈ। ਇੰਨਾ ਪੜਦਾ ਪਿਆ ਸੀ ਇਹ ਵੀ ਭੁੱਲ ਗਿਆ ਵੀ ਮਰਨ ਦੇ ਨਾਲ ਜਾਣਾ ਕੁਝ ਵੀ ਨਹੀਂ। ਘਰ ਵਾਲੀ ਨੂੰ ਜਾ ਕੇ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਸੇਵਾ ਬੜੀ ਕੀਤੀ ਏ, ਬੜੀ ਪਹੁੰਚੇ ਹੋਏ ਨੇ, ਤੇ ਉਹ ਜਾਂਦੇ ਸਵੇਰੇ ਉਹਨਾਂ ਨੇ ਜਾਣਾ ਤੇ ਉਹਨਾਂ ਮੇਰੀ ਇੱਕ ਸੇਵਾ ਲਾ ਦਿੱਤੀ ਵੀ ਜਦੋਂ ਮਰਾਂਗੇ ਨਾ, ਮਰਨ ਤੋਂ ਬਾਅਦ ਆ ਸੂਈ ਮੈਨੂੰ ਰੱਬ ਦੇ ਘਰ ਦੇ ਦੀ। ਹੁਣ ਜਦੋਂ ਘਰ ਵਾਲੀ ਨੇ ਸੂਈ ਵੇਖੀ, ਉਹਨੇ ਨਾਲ ਸਮਝਾਇਆ, ਕਹਿਣ ਲੱਗੀ ਸਿਰ ਦੇ ਸਾਈਂ, ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਕੁਝ ਸਮਝਾਉਣਾ ਚਾਹੁੰਦੇ ਸਨ। ਉਹਨਾਂ ਨੇ ਜਦੋਂ ਪਹਿਲਾ ਸਵਾਲ ਤੁਹਾਨੂੰ ਆ ਕੇ ਪੁੱਛਿਆ ਸੀ, ਉਹ ਆ ਪੁੱਛਿਆ ਸੀ ਵੀ ਤੇਰੇ ਘਰ ਦੇ ਬਾਹਰ ਝੰਡੇ ਕਿਉਂ ਨੇ, ਤੇ ਤੂੰ ਆਖਿਆ ਸੀ ਵੀ ਝੰਡੇ ਇਸ ਕਰਕੇ ਨੇ ਮੇਰੀ ਜਾਇਦਾਦ ਦੇ ਲਖਾਇਕ ਨੇ। ਤੂੰ ਹਰ ਗੱਲ ਤੇ ਜਦੋਂ ਵੀ ਤੁਸੀਂ ਗੱਲ ਕੀਤੀ ਉਹਨਾਂ ਨਾਲ ਧਨ ਮੇਰਾ, ਧਨ ਮੇਰੀ ਜਾਇਦਾਦ, ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਸੰਬੋਧਨ ਕਰਕੇ ਬਚਨ ਆਖੇ। ਉਹ ਤੁਹਾਨੂੰ ਸਮਝਾਉਣਾ ਚਾਹੁੰਦੇ ਸਨ। ਕੀ ਸਮਝਾਉਣਾ ਚਾਹੁੰਦੇ ਸਨ? ਵੀ ਭਲਿਆ ਐਵੇਂ ਹੰਕਾਰ ਨਾ ਕਰ, ਮਰਨ ਤੋਂ ਬਾਅਦ ਸੂਈ ਵੀ ਨਾਲ ਨਹੀਂ ਜਾਣੀ। ਸਤਿਗੁਰ ਇਹੀ ਗੱਲ ਤੇ ਕਹਿ ਰਹੇ, ਤ੍ਰਿਨ ਸਮਾਨ ਕੱਛ ਸੰਗ ਨਾ। ਪਾਤਸ਼ਾਹ ਕਹਿੰਦੇ ਨੇ ਅਹੰਕਾਰ ਨਾ ਕਰ, ਜੋ ਰੱਬ ਨੇ ਦਿੱਤਾ ਹੈ ਨਾ। ਇਹਨਾਂ ਮਤਲਬ ਹੈ ਸਤਿਗੁਰ ਦੇ ਵਿੱਚੋਂ ਸਾਨੂੰ ਇੱਕ ਸਿੱਖਿਆ ਦੇ ਰਹੇ ਨੇ। ਕੀ ਮੈਸੇਜ ਦੇ ਰਹੇ ਨੇ? ਪਾਤਸ਼ਾਹ ਕਹਿੰਦੇ ਨੇ ਜੋ ਤੇਰੇ ਕੋਲ ਹੈ ਨਾ, ਉਹ ਰੱਬ ਦੇ ਤੈਨੂੰ ਜਿੰਨੀਆਂ ਦਾਤਾਂ ਦਿੱਤੀਆਂ ਨੇ, ਜਿੰਨੀ ਤੇਰੀ ਜ਼ਰੂਰਤ ਹੈ ਉਹਨੂੰ ਵਰਤ। ਪਰ ਨਾਲ ਇੱਕ ਗੱਲ ਚੇਤੇ ਰੱਖੀ, ਇਹਨਾਂ ਨੂੰ ਵਰਤਦਿਆਂ ਹੋਇਆਂ ਹਮੇਸ਼ਾ ਰੱਬ ਜੀ ਦੇ ਚਰਨਾਂ ਦੇ ਵਿੱਚ ਉਹਦਾ ਸ਼ੁਕਰ ਕਰੀ ਕਿ ਇਹ ਮੇਰੇ ਦਾਤਾ ਤੇਰੀਆਂ ਦਿੱਤੀਆਂ ਦਾਤਾਂ ਨੇ, ਕੋਈ ਜ਼ਰੂਰਤਮੰਦ ਆ ਜਾਏ ਤੇ ਉਹਦੀ ਹੈਲਪ ਕਰਦੀ। ਤੇ ਨਾਲ ਫਿਰ ਆ ਕਿ ਸਤਿਗੁਰ ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਦੇ ਰਿਹਾ, ਸਤਿਗੁਰ ਮੇਰਾ ਕੁਝ ਵੀ ਨਹੀਂ। ਸਿਰਫ ਸਾਧ ਸੰਗਤ ਜੀ ਸਮਝਣ ਦਾ ਐਂਗਲ ਹੈ, ਇਸ ਮਨ ਨੂੰ ਤੁਸੀਂ ਕਿਵੇਂ ਕਨਵਰਟ ਕਰ ਸਕਦੇ ਹੋ। ਇਹ ਜਿਹੜਾ ਵਾਰ-ਵਾਰ ਮੇਰਾ ਤੁਹਾਡਾ ਸਭਨਾਂ ਦਾ ਮਨ ਅੰਦਰੋਂ ਸਾਨੂੰ ਇਹ ਅਹਿਸਾਸ ਕਰਾਂਦਾ ਵੀ ਨਹੀਂ ਮੈਂ ਹਾਂ। ਪਾਤਸ਼ਾਹ ਕਹਿੰਦੇ ਨੇ ਉਹਨੂੰ ਤੁਸੀਂ ਕਿਵੇਂ ਬਾਣੀ ਕਿਉਂ ਸਤਿਗੁਰ ਕਹਿੰਦੇ ਨੇ ਵਾਰ-ਵਾਰ। ਅਸੀਂ ਸਵੇਰੇ ਨਿਤਨੇਮ ਕਰਨੇ ਆ, ਸ਼ਾਮੀ ਬਾਣੀ ਪੜ੍ਹਨੇ ਆ, ਰੋਜ਼ ਨਿਤਨੇਮ ਕਰਨੇ ਆ। ਮਹੀਨੇ 'ਚ ਇੱਕ ਵਾਰੀ ਕਰਕੇ ਵੀ ਗੱਲ ਬਣ ਸਕਦੀ ਹੈ, ਐਸਾ ਤਾਂ ਨਹੀਂ ਰੋਜ਼ ਕਰਨਾ। ਕਿਉਂ ਰੋਜ਼ ਕਰਨੇ ਆ? ਤਾਂ ਕਿ ਬਾਣੀ ਪੜ੍ਹੀ ਹੋਈ ਸਾਡੇ ਅੰਤਰਾਤਮੇ ਦੀ ਖੁਰਾਕ ਬਣ ਜਾਏ, ਪ੍ਰੇਰਨਾ ਬਣ ਜਾਏ ਸਾਡੀ। ਉਹ ਜਿਹੜੇ ਸ਼ਬਦ ਸਾਡੇ ਜ਼ਿਹਨ ਵਿੱਚ ਟਿਕ ਗਏ ਨੇ, ਉਹ ਇਸ ਕਰਕੇ ਨਹੀਂ ਵੀ ਸਵੇਰੇ ਉੱਠੇ ਤੇ ਉੱਠ ਕੇ ਜਿਵੇਂ ਅੱਖਾਂ ਖੋਲੀਆਂ ਤੇ ਚਲੋ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਨਹਾਉਣ ਲਈ ਗਏ, ਨਹਾ ਧੋ ਕੇ ਬਾਹਰ ਨਿਕਲੇ ਤੇ ਜਪਜੀ ਸਾਹਿਬ ਦਾ ਪਾਠ ਖਤਮ ਵੀ ਹੋ ਗਿਆ। ਇਸ ਕਰਕੇ ਨਹੀਂ ਹੈ। ਉਹ ਇਸ ਕਰਕੇ ਹੈ ਵੀ ਜਦੋਂ ਤੂੰ ਸਮਾਜ ਵਿੱਚ ਵਿਚਰੇ, ਲੋਕਾਈ ਵਿੱਚ ਜਾਏ, ਤੇ ਜਿੱਥੇ ਜਿੱਥੇ ਉਹ ਬਚਨ ਤੇਰੇ ਜ਼ਿਹਨ ਵਿੱਚ ਟਿਕੇ ਹੋਣ, ਜਿੱਥੇ ਅਗਵਾਈ ਲੈਣ ਦੀ ਜ਼ਰੂਰਤ ਹੋਵੇ, ਤੂੰ ਅਗਵਾਈ ਲੈ ਕੇ ਬਾਣੀ ਦੇ ਅਨੁਸਾਰ ਜੀਵਨ ਜੀ ਸਕੇ। ਇਹ ਤੈਨੂੰ ਇਸ ਕਰਕੇ ਕਿਉਂ ਰੋਜ਼-ਰੋਜ਼ ਇਸੇ ਕਰਕੇ ਪੜ੍ਹਦੇ ਆ। ਨਹੀਂ ਤੇ ਹਫ਼ਤੇ 'ਚ ਇੱਕ ਦਿਨ ਵੀ ਸੰਡੇ ਦੇ ਸੰਡੇ ਵੀ ਪੜ੍ਹੀ ਜਾ ਸਕਦੀ ਏ। ਬੰਦਾ ਆਖੇ ਵੀ 6 ਦਿਨ ਮੇਰੇ ਕੋਲ ਟਾਈਮ ਕੋਈ ਨਹੀਂ ਭਾਈ, 7ਵੇਂ ਦਿਨ ਟਾਈਮ ਹੁੰਦਾ ਹੈ। ਹੁਣ ਸਤਿਗੁਰ ਕਹਿੰਦੇ ਨੇ ਨਹੀਂ, ਇਹਦੇ 'ਚ ਕੋਈ ਪਾਤਸ਼ਾਹ ਕਹਿੰਦੇ ਨੇ ਤੈਨੂੰ ਛੂਟ ਨਹੀਂ, ਇਹ ਤੈਨੂੰ ਰੋਜ਼ ਇਸ ਕਰਕੇ ਪੜ੍ਹਨ ਲਈ ਆਖਿਆ ਹੈ ਤਾਂ ਕਿ ਤੇਰੇ ਜੀਵਨ ਦੀ ਪ੍ਰੇਰਨਾ ਬਣ ਜਾਏ। ਹੁਣ ਪਾਤਸ਼ਾਹ ਜੀ ਇਹ ਗੱਲ ਕਹਿ ਰਹੇ ਨੇ ਵੀ ਤ੍ਰਿਨ ਸਮਾਨ ਕੱਛ ਸੰਗ ਨਾ।
ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ। ਦੋ ਚੀਜ਼ਾਂ ਨੇ। ਸਤਿਗੁਰ ਕਹਿੰਦੇ ਨੇ ਬਹੁ ਲਸ਼ਕਰ, ਲਸ਼ਕਰ ਦਾ ਮਤਲਬ ਹੁੰਦਾ ਹੈ ਫੌਜ, ਤੇ ਮਾਨੁਖ ਕੋਈ ਬੜਾ ਵੱਡਾ ਇਨਸਾਨ ਹੋਵੇ। ਪਾਤਸ਼ਾਹ ਕਹਿੰਦੇ ਨੇ ਬਹੁ ਲਸ਼ਕਰ, ਬੜੀ ਲਸ਼ਕਰ ਫੌਜ ਹੋਵੇ ਤੇ ਬੜੇ ਬੰਦੇ, ਬੜਾ ਵੱਡਾ ਇਨਸਾਨ ਹੋਵੇ। ਪਾਤਸ਼ਾਹ ਕਹਿੰਦੇ ਨੇ ਹੁਣ ਬੰਦੇ ਦੇ ਉੱਪਰ ਜਾਂ ਲਸ਼ਕਰ ਦੇ ਉੱਪਰ ਜਿਹੜਾ ਆਸ ਰੱਖਦਾ ਹੈ, ਦੇਖੋ ਜਿਸ ਬੰਦੇ ਦੇ ਕੋਲੋਂ ਬਾਹਰ ਮੁਖੀ ਕੋਈ ਨਾ ਕੋਈ ਸਾਧਨ ਹੋਵੇ, ਜਾਂ ਹਰ ਮੁਲਕ ਨੇ ਆਪਣੀਆਂ ਫੌਜਾਂ ਰੱਖੀਆਂ ਹੋਈਆਂ ਨੇ। ਹੁਣ ਜਿਹੜਾ ਮੁਲਕ ਥੋੜਾ ਜ਼ਿਆਦਾ ਤਾਕਤਵਰ ਹੁੰਦਾ ਹੈ ਉਹ ਫਿਰ ਦੂਜੇ ਨੂੰ ਅੱਖਾਂ ਦਿਖਾਉਂਦਾ ਹੈ। ਜੇ ਫਲਾਣੇ ਪੁਰਾਣੇ ਸਮੇਂ 'ਚ ਰਾਜੇ ਹੁੰਦੇ ਸਨ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤੁਸੀਂ ਦਿਨ ਮਨਾ ਰਹੇ ਹੋ, ਜਦੋਂ ਸਤਿਗੁਰਾਂ ਦੇ ਜੀਵਨ ਦੇ ਅੰਦਰੋਂ ਭੰਗਾਣੀ ਦਾ ਯੁੱਧ ਪੜ੍ਹਦੇ ਆ ਤੁਸੀਂ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਅੰਦਰੋਂ, ਸਿਰਫ ਇੱਕ ਐਗਜ਼ਾਮਪਲ ਸਮਝਣ ਲਈ, ਜਦੋਂ ਤੁਸੀਂ ਸਤਿਗੁਰ ਦੇ ਜੀਵਨ ਦੇ ਵਿੱਚੋਂ ਭੰਗਾਣੀ ਦੇ ਯੁੱਧ ਦੀ ਗਾਥਾ ਪੜ੍ਹਦੇ ਹੋ, ਤੇ ਕਾਰਨ ਕੀ ਸੀ? ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜਿਹੜੇ ਜੀਵਨ ਦੇ ਸਤਿਗੁਰ ਦੇ ਰੋਜ਼ ਦੇ ਕਰਮ ਸਨ, ਉਹਨਾਂ ਵਿੱਚ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਸਨ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਕੀਮਤੀ ਭੇਟਾਵਾਂ, ਜਿਨ੍ਹਾਂ ਵਿੱਚ ਪ੍ਰਸ਼ਾਦੀ ਹਾਥੀ ਵੀ ਸੀ, ਜਿਨ੍ਹਾਂ ਵਿੱਚ 9 ਕਲਾ ਸ਼ਸਤਰ ਵੀ ਸੀ। ਹੁਣ ਧਿਆਨ ਦੇਣਾ, ਇਹ ਚੀਜ਼ਾਂ ਜਿਹੜੀਆਂ ਨੇ ਸੰਗਤ ਨੇ ਸਤਿਗੁਰ ਨੂੰ ਭੇਟ ਕੀਤੀਆਂ ਨੇ। ਪਰ ਦੂਜੇ ਪਾਸੇ ਇਸੇ ਭੰਗਾਣੀ ਦੇ ਯੁੱਧ ਵਿੱਚ ਜਿਹੜੇ ਸਤਿਗੁਰ ਪਾਤਸ਼ਾਹ ਜੀ ਦੇ ਸਾਹਮਣੇ ਖੜੇ ਹੋਏ 22 ਧਾਰ ਦੇ ਰਾਜੇ, ਮੈਂ ਸਿਰਫ ਬੇਨਤੀ ਜਿਹੜੀ ਕਰਨਾ ਚਾਹੁੰਦਾ ਵੀ ਇੱਕ ਪਾਸੇ ਉਹ ਲਸ਼ਕਰ ਨੇ, 25,000 ਦੀ ਫੌਜ ਸੀ ਉਹਨਾਂ ਕੋਲੋਂ ਜਦੋਂ ਭੰਗਾਣੀ ਦਾ ਯੁੱਧ ਹੋਇਆ, ਤੇ ਦੂਜੇ ਪਾਸੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਕੋਲੋਂ ਸਿੱਖ ਹੋਣੇ, ਜਿੱਤੇ ਕਿਰਪਾਲ ਚੰਦ ਵਰਗਾ ਹੱਥ ਦੇ ਵਿੱਚ ਉਹ ਹਲਵਾਈ ਸੀ, ਉਹ ਆਪਣਾ ਖੁਰਪਾ ਲੈ ਕੇ ਆ ਗਿਆ ਮੈਦਾਨੇ ਜੰਗ ਵਿੱਚ। ਹੁਣ ਉਹ ਕੋਈ ਲੜਨਾ ਥੋੜਾ ਜਾਣਦੇ ਸਨ, ਉਹਨਾਂ ਨੇ ਇਹ ਥੋੜਾ ਸੀ ਕੋਈ ਸ਼ਸਤਰ ਵਿਦਿਆ ਕਿਤੋਂ ਸਿੱਖੀ ਹੈ ਉਹਨਾਂ ਦਾ ਤੇ ਪਿਆਰ ਸੀ ਗੁਰੂ ਨਾਲ। ਉੱਥੇ ਪੀਰ ਬੁੱਧੂ ਸ਼ਾਹ ਵਰਗੇ ਜਿਹੜੇ ਆਪਣੇ 4 ਪੁੱਤਰਾਂ ਨੂੰ ਲੈ ਕੇ ਆ ਗਏ, ਜਿਨ੍ਹਾਂ ਵਿੱਚੋਂ 3 ਸ਼ਹੀਦ ਹੋਏ। ਇਹ ਸਤਿਗੁਰ ਪਾਤਸ਼ਾਹ ਜੀ ਦੇ ਸਾਹਮਣੇ ਇੱਕ ਪਾਸੇ ਲਸ਼ਕਰ ਹੈ। ਪਾਤਸ਼ਾਹ ਕਹਿੰਦੇ ਨੇ ਕਿੰਦੀ ਆਸ ਕਰੇਂਗਾ ਤੂੰ? ਗੁਰਦੇਵ ਪਿਤਾ ਜੀ ਕਹਿੰਦੇ ਨੇ ਲਸ਼ਕਰਾਂ ਵਾਲੇ ਸਵੇਰੇ ਯੁੱਧ ਹੋਇਆ, ਸ਼ਾਮ ਤੱਕ ਭੱਜ ਗਏ, ਲੱਭੇ ਵੀ ਨਹੀਂ ਕਿੱਧਰ ਗਏ। ਗੁਰਦੇਵ ਪਿਤਾ ਜੀ ਕਹਿੰਦੇ ਨੇ ਜੇ ਬਾਹਰ ਮੁਖੀ ਆਖੇ ਵੀ ਨਹੀਂ ਆ ਬੰਦੇ ਦੇ ਇਹਦੀ ਫੌਜ ਕਰਕੇ ਮੇਰੀ ਵਡਿਆਈ ਹੈ, ਮੈਨੂੰ ਮਾਣ ਇਹਦੀ ਫੌਜ। ਸਤਿਗੁਰ ਕਹਿੰਦੇ ਨੇ ਸ਼ਸਤਰ ਫੌਜ ਜਦੋਂ ਸਮਾਂ ਬਣੇ ਤੇ ਸਭ ਚੀਜ਼ਾਂ ਇੱਕ ਪਾਸੇ ਰਹਿ ਜਾਂਦੀਆਂ ਨੇ। ਪਰ ਤਾਦਾਰ ਪਿਤਾ ਜੀ ਕਹਿੰਦੇ ਨੇ ਬਹੁ ਲਸ਼ਕਰ ਮਨੁਖ ਉੱਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ। ਸਤਿਗੁਰ ਕਹਿੰਦੇ ਨੇ ਅੱਖ ਝਮਕਣ ਦਾ ਸਮਾਂ ਵੀ ਨਹੀਂ ਲੱਗਦਾ। ਗੁਰਦੇਵ ਪਿਤਾ ਜੀ ਕਹਿੰਦੇ ਨੇ ਇੱਕ ਪਲ ਵਿੱਚ, ਇੱਕ ਪਲ ਕਿੰਨਾ, ਇੱਕ ਪਲ ਦੇ ਵਿੱਚ ਸਤਿਗੁਰ ਕਹਿੰਦੇ ਨੇ ਵਿਨਾਸ਼ ਸਭ ਕੁਝ ਖਤਮ ਹੋ ਜਾਂਦਾ ਹੈ। ਆਸ ਇਹਨਾਂ ਮਤਲਬ ਕੋਈ ਸਤਿਗੁਰ ਜੀ ਸਾਨੂੰ ਨੈਗੇਟਿਵ ਥਿੰਕਿੰਗ ਨਹੀਂ ਦੇ ਰਹੇ ਵੀ ਤੇਰੇ ਕੋਲੇ ਕੁਝ ਹੋਵੇ ਨਾ। ਸਤਿਗੁਰ ਕਹਿੰਦੇ ਨੇ ਹੋਵੇ, ਪਰ ਨਾਲ ਨਾਲ ਇੱਕ ਫਿਰਕਾ ਜ਼ਰੂਰ ਬਾਣੀ ਦਾ ਚੇਤੇ ਰੱਖੋ। ਜਦੋਂ ਤੁਸੀਂ ਪਾਵਨ ਬਾਣੀ ਦੇ ਅੰਦਰੋਂ ਕੱਲ ਵੀ ਬਚਨ ਸਾਂਝਾ ਕੀਤਾ ਸੀ, ਪਹਿਲਾ ਸ਼ਬਦ ਰਾਗ ਦੇ ਅੰਦਰੋਂ, ਸ਼੍ਰੀ ਰਾਗ ਸਾਹਿਬ ਦੇ ਅੰਦਰ ਪਾਵਨ ਬਾਣੀ ਦੇ ਅੰਦਰੋਂ ਪਹਿਲਾ ਸ਼ਬਦ ਜਦੋਂ ਤੁਸੀਂ ਪੜ੍ਹਦੇ ਹੋ, ਪਾਤਸ਼ਾਹ ਜੀ ਕਹਿੰਦੇ ਨੇ ਹੋਵੇ ਸਭ ਕੁਝ, ਪਰ ਇੰਨਾ ਕੁ ਚੇਤੇ ਰੱਖੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨ ਆਵੇ। ਉੱਥੇ ਸਤਿਗੁਰ ਨੇ ਧਨ ਦੀ ਗੱਲ ਵੀ ਕੀਤੀ, ਉੱਥੇ ਸਤਿਗੁਰ ਨੇ ਲਸ਼ਕਰਾਂ ਦੀ ਗੱਲ ਵੀ ਕੀਤੀ, ਉੱਥੇ ਪਾਤਸ਼ਾਹ ਜੀ ਨੇ ਬਾਹਰਮੁਖੀ ਜਿਹੜੀਆਂ ਤਾਕਤਾਂ ਜਿਨ੍ਹਾਂ ਨੂੰ ਲੋਕ ਕਰਾਮਾਤਾ ਕਹਿੰਦੇ, ਸਤਿਗੁਰ ਨੇ ਉਹਨਾਂ ਦੀ ਗੱਲ ਵੀ ਕੀਤੀ। ਪਰ ਪਾਤਸ਼ਾਹ ਕਹਿੰਦੇ ਨੇ ਬਸ ਇਹਨਾਂ ਵਿੱਚ ਇੱਕ ਕਾਮਨ ਚੀਜ਼ ਹੈ ਕਿ ਸਤਿਗੁਰ ਇੰਨੀਆਂ ਦਾਤਾਂ ਨੇ, ਇਹਨਾਂ ਦਾਤਾਂ ਦੇ ਵਿੱਚ ਸਤਿਗੁਰ ਕਹਿੰਦੇ ਨੇ ਵਿਚਰਦਿਆਂ ਹੋਇਆਂ ਕਦੀ ਉਹਨੂੰ ਨਾ ਭੁੱਲ ਜਾਈ ਜਿੰਨੇ ਇੰਨਾ ਕੁਝ ਦਿੱਤਾ ਹੈ, ਉਹਦੇ ਸ਼ੁਕਰ ਵਿੱਚ ਰਹੇ। ਜਦੋਂ ਉਹ ਚੇਤਾ ਰਹੇਗਾ ਨਾ, ਫਿਰ ਦਾਤ ਅਹੰਕਾਰ ਨਹੀਂ ਬਣੇਗੀ ਕਦੀ। ਇੱਕ ਗੱਲ ਚੇਤੇ ਰੱਖੀ, ਜਦੋਂ ਦਾਤਾ ਚੇਤੇ ਰਹੇਗਾ ਨਾ, ਫਿਰ ਉਹਦੀ ਦਿੱਤੀ ਦਾਤ ਕਦੀ ਅਹੰਕਾਰ ਨਹੀਂ ਬਣੇਗੀ। ਉਹਦੀ ਦਿੱਤੀ ਹੋਈ ਦਾਤ ਫਿਰ ਜੀਵਨ ਦੇ ਵਿੱਚ ਮਾਣ ਬਣੇਗੀ, ਅਹੰਕਾਰ ਨਹੀਂ ਬਣੇਗੀ। ਗੁਰਦੇਵ ਪਿਤਾ ਜੀ ਨੇ ਬਚਨ ਕੇ ਸਤਿਗੁਰ ਕਹਿੰਦੇ ਨੇ ਪਲ ਪੀਤਰ ਤਾਂ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣੇ ਬਲਵੰਤ। ਬਲਵੰਤ ਦਾ ਮਤਲਬ ਹੁੰਦਾ ਹੈ ਬਲ ਵਾਲਾ, ਤਾਕਤਵਰ। ਸਤਿਗੁਰ ਕਹਿੰਦੇ ਨੇ ਕੋਈ ਬੰਦਾ ਆਖੇ ਵੀ ਮੇਰੇ ਜਿੰਨਾ ਤੇ ਸੰਸਾਰ ਦੇ ਅੰਦਰ ਬਲੀ ਕੋਈ ਨਹੀਂ, ਤਾਕਤਵਰ ਕੋਈ ਨਹੀਂ, ਸਭ ਤੇ ਆਪ, ਸਭ ਤੋਂ ਆਪਣੇ ਆਪ ਨੂੰ, ਸਭ ਤੇ ਆਪ ਦਾ ਮਤਲਬ ਹੈ ਸਭ ਤੋਂ, ਸਾਰਿਆਂ ਤੋਂ ਆਪਣੇ ਆਪ ਨੂੰ ਜਿਹੜਾ ਬਲੀ ਸਮਝੇ, ਜਿਹੜੇ ਆਖੇ ਮੇਰੇ ਵਰਗਾ ਬਲਵਾਨ ਕੋਈ ਨਹੀਂ, ਖਿੰਨ ਮੈਂ ਹੋਏ ਜਾਏ। ਪਰ ਸਤਿਗੁਰ ਕਹਿੰਦੇ ਨੇ ਖਿੰਨ ਵੀ ਨਹੀਂ ਲੱਗਦਾ, ਖੇਡ ਤੇ ਸਿਰਫ ਅੱਖ ਝਮਕਣ ਦੇ ਫੋਰ ਜਿੰਨੀ ਹੈ ਨਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ
ਜਦੋਂ ਸਤਿਗੁਰ ਪਾਤਸ਼ਾਹ ਜੀ ਨੇ 2 ਜੰਗਾਂ ਦਾ ਤਾਂ 4 ਜੰਗਾਂ ਦਾ ਜ਼ਿਕਰ ਹੈ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਪਹਿਲੀਆਂ 2 ਜੰਗਾਂ ਜਦੋਂ ਸਤਿਗੁਰ ਪਾਤਸ਼ਾਹ ਜੀ ਨੇ ਲੜੀਆਂ ਤੇ ਪਾਤਸ਼ਾਹ ਜੀ ਦੇ ਨਾਲ ਉਦੋਂ ਪੈਂਦੇ ਖਾਂ, ਤੁਸੀਂ ਇਤਿਹਾਸ ਵਿੱਚ ਇਸ ਕਰੈਕਟਰ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਇਹ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਹੀ ਜਿਵੇਂ ਜਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਰਵਰਿਸ਼ ਹੋਈ ਸੀ ਨਾ, ਇਹਦੀ ਵੀ ਪਰਵਰਿਸ਼ ਉਵੇਂ ਹੋਈ ਸੀ। ਪਰ ਇਹ ਹੈ ਮੁਸਲਮਾਨ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ ਸਾਧ ਸੰਗਤ, ਇੱਥੇ ਕਦੀ ਕਿਸੇ ਬੰਦੇ ਨੂੰ ਬਿਨਾਂ ਪੁੱਛਿਆ ਉਹਦਾ ਧਰਮ ਨਹੀਂ ਬਦਲਿਆ ਜਾਂਦਾ। ਅੱਜ ਅਸੀਂ ਬੜੇ ਚਿੰਤਤ ਹਾਂ ਜਦੋਂ ਅਸੀਂ ਪੰਜਾਬ ਦੀ ਧਰਤੀ ਤੋਂ ਇਹੋ ਜਿਹੀਆਂ ਖਬਰਾਂ ਸੁਣਦੇ ਹਾਂ, ਇੰਨੇ ਈਸਾਈ ਬਣ ਗਏ, ਇੰਨੇ ਮੁਸਾਈ ਬਣ ਗਏ, ਇੰਨੇ ਫਲਾਣੇ ਧਰਮ ਵਿੱਚ ਚਲੇ ਗਏ। ਬੜਾ ਰੌਲਾ ਹੈ ਸਾਡੇ ਸਮਾਜ ਵਿੱਚ, ਇੱਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਤੇ ਇਸ ਪ੍ਰਥਾ ਜੁੜ ਲੱਗੇ ਹੋਏ ਨੇ ਵੀ ਨਹੀਂ ਉਸ ਧਰਮ ਵਿੱਚ, ਜਿਹੜੇ ਧਰਮ ਵਿੱਚ ਚਲੇ ਗਏ ਅਸੀਂ ਉਹਨੂੰ ਭੰਨਣਾ ਸ਼ੁਰੂ ਕਰ ਦਿੰਦੇ ਹਾਂ। ਪਰ ਇਹ ਗੱਲ ਚੇਤੇ ਰੱਖਿਓ, ਜਿਹੜੇ ਚਲੇ ਗਏ ਉਹ ਅਸਲ ਵਿੱਚ ਇੱਧਰ ਹੈ ਹੀ ਨਹੀਂ ਸਨ। ਇਸ ਚੀਜ਼ ਦਾ ਕਦੀ ਗੁੱਸਾ ਨਾ ਕਰਿਆ ਕਰੋ, ਰੰਜ ਨਾ ਕਰਿਆ ਕਰੋ ਕਿਉਂ ਚਲੇ ਗਏ। ਜੇ ਸੱਚ ਵਿੱਚ ਗੁਰੂ ਵਾਲੇ ਹੁੰਦੇ ਤੇ ਫਿਰ ਕਿਉਂ ਚਲੇ ਜਾਂਦੇ। ਜਾਨ ਨੂੰ ਤੇ ਸਾਧ ਸੰਗਤ ਜੀ, ਜਿਹੜੇ ਪੀਰ ਬੁੱਧੂ ਸ਼ਾਹ ਨੇ 500 ਪਠਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਫੌਜ ਵਿੱਚ ਭਰਤੀ ਕਰਾਏ ਸਨ, ਉਹ ਜਿਨ੍ਹਾਂ ਨੂੰ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਬੇਦਖਲ ਕਰ ਦਿੱਤਾ ਸੀ, ਤੇ ਜਦੋਂ ਭੰਗਾਣੀ ਦਾ ਯੁੱਧ ਹੋਇਆ ਸੀ ਵਿੱਚੋਂ 400 ਭੱਜ ਗਏ ਸਨ। ਮੇਰੇ ਸਤਿਗੁਰ ਪਾਤਸ਼ਾਹ ਜੀ ਇਹ ਥੋੜਾ ਵੀ ਹੁਣ ਜਿਹੜੇ 400 ਭੱਜ ਗਏ ਨੇ ਤੇ ਗੁਰੂ ਸਾਹਿਬ ਹੱਥ ਤੇ ਹੱਥ ਰੱਖ ਕੇ ਬਹਿ ਗਏ, ਨਹੀਂ ਪਠਾਨ ਜਿਹੜੇ ਅਸਲ ਫੌਜੀ ਸੀ ਉਹ ਤੇ ਭੱਜ ਗਏ, ਆਪਾਂ ਕੀ ਕਰਾਂਗੇ। ਨਹੀਂ, ਸਤਿਗੁਰ ਨੇ ਆਖਿਆ ਜਿਹੜੇ ਚਲੇ ਗਏ ਨੇ ਜਾਣ ਦਿਓ, ਇਹ ਆਪਣੀ ਹੈ ਹੀ ਨਹੀਂ ਸਨ। ਸਤਿਗੁਰ ਨੇ ਵੰਗਾਰ ਪਾਈ, ਕੋਈ ਆਓ ਜਿਹੜੇ ਸ਼ਸਤਰ ਚੁੱਕ ਸਕਦੇ ਨੇ ਚੁੱਕ ਕੇ ਆਓ ਮੈਦਾਨ ਵਿੱਚ। 25,000 ਦੀ ਫੌਜ ਨੂੰ 5-7 ਘੰਟਿਆਂ ਦੇ ਅੰਦਰ ਹੀ ਭੱਜਣ ਲਈ ਮਜਬੂਰ ਕਰਤਾ। ਗੁਰਦੇਵ ਪਿਤਾ ਜੀ ਕਹਿੰਦੇ ਨੇ ਆਪਣੇ ਜੀਵਨ ਵਿੱਚ ਸਦਾ ਪੋਜ਼ਿਟਿਵ ਚੀਜ਼ ਨੂੰ ਲੈ ਕੇ ਚੱਲੇਗਾ। ਪਾਕ ਗੁਰਬਾਣੀ ਸਾਨੂੰ ਸਕਾਰਾਤਮਕਤਾ ਦਿੰਦੀ ਹੈ, ਅਸੀਂ ਆਪਣੇ ਅੰਦਰ ਦੀ ਨਕਾਰਾਤਮਕਤਾ ਨੂੰ ਤਿਆਗਣਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਜਦੋਂ ਪਹਿੰਦੇ ਖਾਂ 2 ਜੰਗਾਂ ਦੇ ਵਿੱਚ ਗਿਆ ਨਾ, ਗੁਰੂ ਸਾਹਿਬ ਨੇ ਬੜੇ ਜ਼ੋਰ ਦਿਖਾਏ, ਇਹਨੂੰ ਮਾਣ ਹੋ ਗਿਆ ਵੀ ਮੈਂ ਨਾ ਹੋਵਾਂ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਨਹੀਂ ਸੀ ਜਿੱਤਣੀ। ਤੀਜੀ ਜਦੋਂ ਜੰਗ ਹੋਈ ਨਾ, ਸਤਿਗੁਰ ਇਹਨੂੰ ਲੈ ਕੇ ਹੀ ਨਹੀਂ ਗਏ। ਪਾਤਸ਼ਾਹ ਕਹਿੰਦੇ ਨੇ ਤੂੰ ਘਰ ਹੀ ਰਹਿ। ਇਹ ਨਾ ਗਿਆ, ਇਹਨੂੰ ਇੰਜ ਲੱਗਾ ਵੀ ਮੇਰੀ ਤੇ ਬੜੀ ਹੇਠੀ ਹੋ ਗਈ ਹੈ, ਇਹ ਜਾ ਕੇ ਦੁਸ਼ਮਣਾਂ ਨਾਲ ਰਲ ਗਿਆ। ਚੌਥੀ ਜੰਗ ਜਿਹੜੀ ਹੋਈ ਉਹਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਖੜਾ ਹੋ ਗਿਆ। ਕਮਾਲ ਦੀ ਗੱਲ ਹੈ, ਗੁਰੂ ਘਰ ਵਿੱਚ ਰਿਹਾ, ਗੁਰੂ ਘਰ ਵਿੱਚੋਂ ਖਾਧਾ ਪਲਿਆ ਵੱਡਾ ਹੋਇਆ। ਜਦੋਂ ਚੌਥੀ ਜੰਗ ਹੋਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਖੜਾ ਹੋ ਗਿਆ ਵੀ ਮੈਂ ਲੜਾਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ। ਤੇ ਪਾਤਸ਼ਾਹ ਜੀ ਨੇ ਆਖਿਆ ਵੀ ਕਿਤੇ ਨਾ ਹੋਵੇ ਪੈਂਦੇ ਖਾਂ ਬਾਅਦ ਚੋਂ ਆਖਿਆ ਵੀ ਗੁਰੂ ਨੇ ਪਹਿਲਾ ਹਮਲਾ ਕਰ ਦਿੱਤਾ ਹੈ। ਸਾਹਿਬ ਨੇ ਆਖਿਆ ਤੂੰ ਪਹਿਲਾਂ ਹੱਲਾ ਕਰ। ਇਹਨੇ 3 ਵਾਰੀ ਯਤਨ ਕੀਤਾ ਸਾਧ ਸੰਗਤ, 3 ਵਾਰੀ ਇਹਦਾ ਯਤਨ ਖਾਲੀ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕੋ ਹੀ ਗੱਲ ਆਖੀ, ਪੈਂਦੇ ਖਾਂ ਇੰਨੇ ਸਾਲ ਰਹਿ ਕੇ ਤੂੰ ਹੱਲਾ ਕਰਨਾ ਵੀ ਨਹੀਂ ਸਿੱਖਿਆ, ਮੈਂ ਤੈਨੂੰ ਦੱਸਣਾ ਮੈਦਾਨੇ ਜੰਗ ਵਿੱਚ ਕਿਵੇਂ ਜੂਝੀ ਗਏ। ਸਾਹਿਬ ਨੇ ਆਖਿਆ ਇੰਜ ਕਰੀਦਾ ਹੁੰਦਾ ਵਾਰ, ਮੈਂ ਦੱਸਣਾ ਕਿਵੇਂ ਵਾਰ ਕਰੀ ਗਏ। ਸਤਿਗੁਰ ਨੇ ਇੱਕੋ ਹੀ ਵਾਰ ਕੀਤਾ, ਆ ਮੋਢੇ ਤੋਂ ਕਿਰਪਾਨ ਥੱਲੇ ਹੱਥ ਘੋੜੇ ਨੂੰ ਚੀਰਦੀ ਨਿਕਲ ਗਈ। ਸੱਚ ਵਿੱਚ ਧਰਤੀ ਤੇ ਡਿੱਗਾ, ਕਹਿੰਦਾ ਹਾਏ ਮਾਂ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਹੁਣ ਮਾਂ ਨੂੰ ਚੇਤੇ ਨਾ ਕਰ, ਹੁਣ ਅੱਲਾ ਨੂੰ ਚੇਤੇ ਕਰ। ਧਿਆਨ ਦੇਣਾ ਮੇਰੇ ਸਾਹਿਬ ਕਹਿੰਦੇ ਨੇ ਬਹੁ ਲਸ਼ਕਰ ਮਨੁੱਖ ਉੱਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾ ਸਭ ਤੇ ਆਪ ਜਾਣੇ। ਪਾਤਸ਼ਾਹ ਕਹਿੰਦੇ ਨੇ ਬੜਾ ਬਲੀ ਜਾਣਦਾ ਹੋਏਗਾ ਤੂੰ ਆਪਣੇ ਆਪ ਨੂੰ, ਪਰ ਖਿੰਨ ਮੈਂ ਹੋਏ ਜਾਏ ਭਸਮ। ਸਤਿਗੁਰ ਕਹਿੰਦੇ ਨੇ ਖਿੰਨ ਵੀ ਨਹੀਂ ਲੱਗਦਾ, ਭਸਮ ਹੋਣ ਲੱਗਿਆ। ਭਾਵ ਇਸ ਤਨ ਦੇ ਅੰਦਰ ਸਵਾਸ ਜਿਹੜੇ ਨਿਕਲਣ ਦੇ ਉਹ ਖਿੰਨ ਦੀ ਖੇਡ ਹੈ। ਸਤਿਗੁਰ ਕਹਿੰਦੇ ਨੇ ਕਿਸੈ ਨਾ ਵਧੈ ਆਪ ਅਹੰਕਾਰੀ। ਪਾਤਸ਼ਾਹ ਕਹਿੰਦੇ ਨੇ ਹੁਣ ਇਹ ਕਰਦਾ ਕੀ, ਕਿਸੇ ਨਾ ਵਧੈ। ਸਾਹਿਬ ਕਹਿੰਦੇ ਨੇ ਹੁਣ ਇਹ ਜਿਹੜਾ ਬੰਦਾ ਹੈ ਇਹ ਕਿਸੇ ਹੋਰ ਦੀ ਪਰਵਾਹ ਨਹੀਂ, ਵਧੈ ਦਾ ਮਤਲਬ ਹੈ ਪਰਵਾਹ ਕਰਨੀ, ਕਿਸੇ ਦੀ ਪਰਵਾਹ ਨਹੀਂ ਕਰਦਾ। ਆਪ ਅਹੰਕਾਰੀ ਕਿਉਂ ਨਹੀਂ ਕਰਦਾ? ਕਿਉਂਕਿ ਇਹਦੇ ਅੰਦਰ ਜਿਹੜਾ ਆਪ ਮੁਹਾਰੇ ਅਹੰਕਾਰ ਬੈਠਾ ਹੋਇਆ ਆਪ ਬਣ ਕੇ, ਇਹ ਆਪ ਨਹੀਂ ਅੰਦਰ, ਇਹਦੇ ਅੰਦਰ ਅਹੰਕਾਰ ਬੋਲ ਰਿਹਾ। ਸਤਿਗੁਰ ਕਹਿੰਦੇ ਨੇ ਇਹ ਨਹੀਂ ਬੋਲਦਾ ਪਿਆ ਅੰਦਰੋਂ। ਇਸੇ ਕਰਕੇ ਪਾਤਸ਼ਾਹ ਜੀ ਨੇ ਕਿਹਾ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਬੁਰਾ ਹੈ ਪਰ ਪਾਪੀ ਨੂੰ ਪਿਆਰਾ ਹੈ। ਜ਼ਰੂਰਤ ਹੈ ਪਾਪੀ ਦੇ ਅੰਦਰ ਦੇ ਪਾਪ ਨੂੰ ਖਤਮ ਕਰਨ ਦੀ। ਪਾਪੀ ਦੇ ਅੰਦਰੋਂ ਪਾਪ ਖਤਮ ਹੋ ਗਿਆ, ਪਾਪੀ ਨੂੰ ਖਤਮ ਕਰਨ ਦੀ ਜ਼ਰੂਰਤ ਹੀ ਨਹੀਂ, ਉਹ ਆਪਣੇ ਆਪ ਹੀ ਠੀਕ ਹੋ ਜਾਏਗਾ। ਸਤਿਗੁਰ ਨੇ ਪਹਿਲਾ ਯਤਨ ਇਹ ਕੀਤਾ ਹੈ ਜਿੰਦੇ ਅੰਦਰ ਸੀ ਜੋ ਕੁਝ ਸੀ ਉਹਨੂੰ ਖਤਮ ਕੀਤਾ ਜਾਏ, ਉਹਦੇ ਅੰਦਰ ਸੱਚ ਟਿਕਾਇਆ ਜਾਏ। ਸਤਿਗੁਰ ਕਹਿੰਦੇ ਨੇ ਤੇਰੇ ਭਾਂਡੇ ਦੇ ਅੰਦਰ ਜਿਹੜੀ ਮੈਲ ਹੈ ਉਹਨੂੰ ਬਾਹਰ ਕੱਢ। ਜੇ ਭਾਂਡਾ ਮੈਲਾ ਹੈ ਤੇ ਭਾਂਡੇ ਨੂੰ ਸਾਫ਼ ਕਰੋਗੇ, ਭਾਂਡੇ ਨੂੰ ਸੁੱਟ ਥੋੜਾ ਦਿਓਗੇ। ਭਾਂਡੇ ਨੂੰ ਸੁੱਟਣਾ ਅਕਲ ਨਹੀਂ, ਭਾਂਡੇ ਨੂੰ ਸਾਫ਼ ਕਰਨਾ ਅਕਲ ਹੈ।
सतगुर इसे करके कह रहे ने किसे ना बधै। ਜਿਹੜਾ ਬੰਦਾ ਇਹ ਕਹਿੰਦਾ ਕਿਸੇ ਦੀ ਮੈਂ ਪਰਵਾਹ ਨਹੀਂ ਕਰਦਾ, ਸਤਿਗੁਰ ਕਹਿੰਦੇ ਨੇ ਜਿਹੜਾ ਇੰਜ ਬੋਲਦਾ ਆਪ ਅਹੰਕਾਰੀ, ਉਹ ਆਪ ਨਹੀਂ ਬੋਲ ਰਿਹਾ, ਉਹਦੇ ਅੰਦਰੋਂ ਅਹੰਕਾਰ ਬੋਲ ਰਿਹਾ। ਤੇ ਸਤਿਗੁਰ ਕਹਿੰਦੇ ਨੇ ਧਰਮ ਰਾਏ ਤਿਸ ਖਰੇ। ਪਾਤਸ਼ਾਹ ਕਹਿੰਦੇ ਨੇ ਜਿਦਨ ਧਰਮ ਰਾਏ ਦੇ ਵਸ ਪੈਂਦਾ, ਭਾਵ ਧਰਮ ਰਾਏ। ਹੁਣ ਇਹ ਸ਼ਬਦ ਨੂੰ ਸਮਝਣਾ, ਧਰਮ ਰਾਏ ਦਾ ਮਤਲਬ ਹੁੰਦਾ ਰਾਜਾ। ਜਿਹੜਾ ਧਰਮ ਦਾ ਰਾਜਾ ਹੈ, ਧਰਮ ਦਾ ਨਿਆਂ ਕਰਨ ਵਾਲਾ ਹੈ, ਉਹ ਕੌਣ ਹੈ ਜੀ? ਪਰਮਾਤਮਾ ਹੈ। ਹੁਣ ਜਦੋਂ ਬਾਣੀ ਵਿੱਚ ਸ਼ਬਦ ਆਉਂਦਾ ਹੈ ਚਿੱਤਰਗੁਪਤ, ਇਹਦੇ ਅਰਥ ਬਾਣੀ ਵਿੱਚ ਵੱਖੋ ਵੱਖਰੇ ਨੇ, ਪ੍ਰਕਰਨ ਵੱਖਰੇ ਨੇ। ਚਿੱਤਰਗੁਪਤ ਜਿਹੜਾ ਇਹਦਾ ਮਤਲਬ ਹੈ ਉਹ ਚਿੱਤਰ ਜਿਹੜਾ ਗੁਪਤ ਹੈ, ਨਜ਼ਰ ਨਹੀਂ ਆ ਰਿਹਾ, ਜਿਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਪਿਨ। ਹੁਣ ਇਹਨਾਂ ਦੇ ਅਰਥ ਜਦੋਂ ਬਾਣੀ ਵਿੱਚੋਂ ਲੱਭੋਗੇ ਤੇ ਤੁਹਾਨੂੰ ਸਾਰੇ ਅਰਥ ਪ੍ਰਮਾਤਮਾ ਤੱਕ ਲੈ ਕੇ ਜਾਣਗੇ। ਹੁਣ ਸਤਿਗੁਰ ਇਸੇ ਗੱਲ ਨੂੰ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਨੇ ਧਰਮ ਰਾਏ ਤਿਸ ਖਰੇ। ਉਸ ਦੀ ਜਿਹੜੀ ਸਤਿਗੁਰ ਕਹਿੰਦੇ ਨੇ ਜੀਵਨ ਦੇ ਅੰਦਰ ਇਹ ਕਰਮ ਨੇ ਨਾ, ਇਹਨਾਂ ਕਰਮਾਂ ਕਰਕੇ ਜਦੋਂ ਧਰਮ ਰਾਏ ਅੰਤ ਵੇਲਾ ਜਦੋਂ ਆਉਂਦਾ ਹੈ ਨਾ, ਪਾਤਸ਼ਾਹ ਕਹਿੰਦੇ ਨੇ ਫਿਰ ਪ੍ਰਮਾਤਮਾ ਵੱਲੋਂ ਦੇ ਕੀਤੇ ਹੋਏ ਕਰਮ ਹੀ ਉਹਦੇ ਲਈ ਖੁਆਰੀ ਬਣਦੇ ਨੇ। ਉਹਦੇ ਜਿਹੜੇ ਜਿਨ੍ਹਾਂ ਚੀਜ਼ਾਂ ਤੇ ਮਾਣ ਕਰਕੇ ਕਹਿੰਦਾ ਸੀ ਨਾ ਮੈਂ ਕੀਤਾ, ਸਤਿਗੁਰ ਕਹਿੰਦੇ ਨੇ ਉਹ ਕਰਮ ਹੀ ਉਹਨੂੰ ਸਮਾਜ ਵਿੱਚ ਇਸ ਥਾਂ ਤੇ ਲਿਆ ਕੇ ਖੜਾ ਕਰ ਦਿੰਦੇ ਨੇ ਕਿ ਉਹਦੇ ਕਰਮ ਹੀ ਸੰਸਾਰ ਅੰਦਰ ਨਸ਼ਰ ਕਰ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਸਾਡੇ ਕੋਲ ਬੜੀ ਸੌਖੀ ਐਗਜ਼ਾਮਪਲ ਹੈ, ਜੇ ਸਮਝ ਨਹੀਂ ਹੋਵੇ ਤੇ ਗੰਗੂ ਬ੍ਰਾਹਮਣ ਵਾਲੀ। ਜੇ ਇੱਕ ਪੱਖ ਵੇਖੀਏ ਤੇ ਗੁਰੂ ਘਰ ਵਿੱਚ ਰਹਿਣ ਦਾ, ਸੇਵਾ ਕਰਨ ਦਾ, ਤੇ ਦੂਜਾ ਪੱਖ ਵੇਖੀਏ ਤੇ ਧਨ ਦੇ ਬਦਲੇ ਆਪਣਾ ਈਮਾਨ ਡਲਾ ਲੈਣ ਦਾ, ਆਪਣਾ ਈਮਾਨ ਉਹਦਾ ਖਤਮ ਹੋ ਗਿਆ। ਹੁਣ ਸਤਿਗੁਰ ਕਹਿੰਦੇ ਨੇ ਹੁਣ ਕੀਤਾ ਤੇ ਉਹਨੇ ਇਸ ਕਰਕੇ ਸੀ ਵੀ ਸੁਖੀ ਰਵਾਂਗਾ, ਪਰ ਪਾਤਸ਼ਾਹ ਕਹਿੰਦੇ ਨੇ ਹੋਇਆ ਕੀ? ਉਸੇ ਧਨ ਕਰਕੇ ਖੁਆਰ ਹੋਇਆ, ਈਮਾਨ ਵੀ ਗਿਆ, ਧਨ ਵੀ ਗਿਆ। ਤੇ ਸਤਿਗੁਰ ਕਹਿੰਦੇ ਨੇ ਸਿਰਫ ਉਸ ਵਕਤ ਨਹੀਂ, ਜਦੋਂ ਤੱਕ ਸੰਸਾਰ ਰਹੇਗਾ, ਨਾਮ ਲੈਂਦੇ ਰਹਿਣਗੇ ਲੋਕ, ਉਦੋਂ ਤੱਕ ਖੁਆਰੀ ਪਏਗੀ ਪੱਲੇ। ਪਾਤਸ਼ਾਹ ਇਸੇ ਕਰਕੇ ਕਹਿ ਰਹੇ ਨੇ ਧਰਮ ਰਾਏ ਤਿਸ ਕਰੇ ਖੁਆਰੀ। ਸਤਿਗੁਰ ਕਹਿੰਦੇ ਨੇ ਅੰਤ ਵੇਲੇ ਅਸਲ ਵਿੱਚ ਖੁਆਰ ਹੁੰਦਾ ਹੈ, ਆਪਣੇ ਕੀਤੇ ਕਰਮਾਂ ਕਰਕੇ ਹੀ ਦੁਬਿਧਾ ਵਿੱਚ ਪੈਂਦਾ ਹੈ, ਡੁਐਲਿਟੀ ਵਿੱਚ ਪੈਂਦਾ ਹੈ, ਭਰਮਾਂ ਵਿੱਚ ਪੈਂਦਾ ਹੈ, ਔਰ ਇਹ ਭਰਮ ਹੀ ਉਹਦੇ ਜੀਵਨ ਵਿੱਚ ਅਖੀਰ ਤੱਕ ਖੁਆਰੀ ਪੈਦਾ ਕਰਦੇ ਨੇ। ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ, ਗੁਰੂ ਦੀ ਕਿਰਪਾ ਨਾਲ ਜਿਹਦੇ ਅੰਦਰੋਂ ਅਹੰਕਾਰ ਮਿਟ ਜਾਂਦਾ ਹੈ, ਸੋ ਜਨ ਨਾਨਕ ਦਰਗਾਹ ਪ੍ਰਵਾਨ ਹੈ ਨਾਨਕ ਜੀ। ਉਹ ਰੱਬ ਦੇ ਘਰ ਦੇ ਵਿੱਚ, ਪ੍ਰਭੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਕਿਹੜੀ ਦਰਗਾਹ? ਪ੍ਰਭੂ ਦੀ। ਕਦੀ ਸੋਚਿਆ ਪ੍ਰਭੂ ਦੀ ਦਰਗਾਹ ਕਿਹੜੀ ਹੈ? ਪਰਮਾਤਮਾ ਕਿਤੇ ਹੋਰ ਬੈਠਾ ਦਰਗਾਹ ਲਾ ਕੇ। ਇਹ ਜਗ ਸੱਚੇ ਕੀ ਹੈ, ਆ ਰੱਬ ਦੀ ਦਰਗਾਹ ਹੈ। ਇੱਥੇ ਫੈਸਲੇ ਹੁੰਦੇ ਨੇ, ਐਸਾ ਨਹੀਂ ਹੈ ਕਿਸੇ ਦਾ ਫੈਸਲਾ ਨਾ ਹੋਵੇ। ਇੱਥੇ ਸਾਡੀ ਸੁਰਤ ਕਹਿੰਦੀ ਹੈ ਫਲਾਣਾ ਤੇ ਬੜੇ ਪਾਪ ਕਰਦਾ ਹੈ, ਉਹਨੂੰ ਤੇ ਸਾਰੇ ਸੁੱਖ ਮਿਲੇ ਨੇ। ਸਤਿਗੁਰ ਕਹਿੰਦੇ ਨੇ ਤੈਨੂੰ ਬਾਹਰੀ ਸੁੱਖ ਨਜ਼ਰ ਆਉਂਦੇ ਨੇ, ਕਦੀ ਉਹਦੇ ਅੰਦਰ ਝਾਤ ਮਾਰ ਕੇ ਵੇਖੋ, ਰਾਤ ਨੂੰ ਸੌਂਦਾ ਤੇ ਉਹਨੂੰ ਨੀਂਦ ਕੋਈ ਨਹੀਂ ਆਉਂਦੀ। ਤੈਨੂੰ ਸੁੱਖ ਦੀ ਨੀਂਦ ਤੇ ਆਉਂਦੀ ਹੈ ਨਾ, ਉਹ ਰਾਤ ਨੂੰ 2 ਗੋਲੀਆਂ ਖਾਂਦਾ ਤਾਂ ਸੌਂਦਾ ਨੀਂਦੀਆਂ। ਸਤਿਗੁਰ ਕਹਿੰਦੇ ਨੇ ਤੂੰ ਸਾਰਾ ਦਿਨ ਮਿਹਨਤ ਕਰਨਾ, ਤੈਨੂੰ ਬਾਹਰੋਂ ਲੱਗਦਾ ਹੈ ਪਰ ਤੈਨੂੰ ਉਹ ਨਹੀਂ ਕਰਨਾ ਪੈਂਦਾ ਜੋ ਕਰ ਰਿਹਾ ਹੈ। ਸਤਿਗੁਰ ਕਹਿੰਦੇ ਨੇ ਜੋ ਅਸੀਂ ਵੇਖ ਰਹੇ ਹਾਂ, ਪਾਤਸ਼ਾਹ ਕਹਿੰਦੇ ਨੇ ਸਭ ਕੁਝ ਇੱਥੇ ਹੀ ਹੈ, ਬਾਹਰ ਨਹੀਂ। ਇਸੇ ਕਰਕੇ ਪਾਤਸ਼ਾਹ ਕਹਿ ਰਹੇ ਨੇ ਸੋ ਜਨ ਨਾਨਕ ਦਰਗਾਹ, ਉਹ ਰੱਬ ਦੇ ਘਰ ਵਿੱਚ ਪ੍ਰਵਾਨ ਹੁੰਦਾ ਹੈ। ਕੋਟ ਕਰਮ ਕਰੈ ਹੋਂ ਤਾਰੇ, ਕਰੋੜਾਂ ਕਰਮ ਕਰਦਾ ਹੈ, ਪਰ ਸਤਿਗੁਰ ਕਹਿੰਦੇ ਨੇ ਨਾਲ ਅਹੰਕਾਰ ਵੀ ਕਰਦਾ ਹੈ। ਕਰੋੜਾਂ ਕਰਮ ਕਰਦਾ ਹੈ, ਨਾਲ ਅਹੰਕਾਰ ਵੀ ਕਰਦਾ, ਆਪਣੀ ਕੀਤੇ ਕਰਮਾਂ ਦਾ ਸ਼ਰਮ ਪਾਵੇ ਸਗਲੇ ਬਿਰਥਾਰੇ। ਬਾਦਸ਼ਾਹ ਕਹਿੰਦੇ ਨੇ ਜਿੰਨੇ ਕੰਮ ਕਰਦਾ ਹੈ, ਮਿਹਨਤ ਬੜੀ ਕੀਤੀ, ਥਕੇਵਾਂ ਬੜਾ ਲਿਆ, ਪਰ ਸਤਿਗੁਰ ਜੀ ਕਹਿੰਦੇ ਨੇ ਸਗਲੇ ਬਿਰਥਾਰੇ, ਸਾਰੇ ਵਿਅਰਥ ਗਏ। ਕਿਉਂ? ਕਿਉਂਕਿ ਕਰਮ ਕਰਦਿਆਂ ਨਾਲ ਹੋ ਆ ਗਈ, ਕੰਮ ਕਰਦਿਆਂ ਨਾਲ ਅਹੰਕਾਰ ਆ ਗਿਆ। ਮਿਹਨਤ ਬੜੀ ਕੀਤੀ, ਸ਼ਰਮ ਬੜਾ ਕੀਤਾ, ਥੱਕ ਵੀ ਗਿਆ, ਪਰ ਸਤਿਗੁਰ ਕਹਿੰਦੇ ਨੇ ਕਰਮ ਵਿਅਰਥ ਗਿਆ। ਕਿਉਂ? ਕਿਉਂਕਿ ਨਾਲ ਹਉਮੈ ਦੀ ਪੰਡ ਚੁੱਕੀ ਫਿਰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਅਨਿਕ ਤਪੱਸਿਆ ਕਰੇ ਅਹੰਕਾਰ, ਬੜੀ ਤਪੱਸਿਆ ਕਰਦਾ ਹੈ, ਬੜੀ ਸਾਧਨਾ ਕਰਦਾ ਹੈ, ਤੇ ਸਤਿਗੁਰ ਕਹਿੰਦੇ ਨੇ ਸਾਧਨਾ ਕਰਦਿਆਂ ਵੀ ਅਹੰਕਾਰ ਕਰੀ ਜਾਂਦਾ। ਹੁਣ ਸਾਧਨਾ ਦਾ ਪੱਖ ਤੇ ਧਰਮ ਦਾ ਪੱਖ ਹੈ ਨਾ। ਸਤਿਗੁਰ ਕਹਿੰਦੇ ਨੇ ਸਾਧਨਾ ਕਰ ਰਿਹਾ ਧਰਮ ਦੀ, ਪਰ ਨਾਲ ਅਹੰਕਾਰ ਵੀ ਕਰੀ ਜਾ ਰਿਹਾ। ਤਾਂ ਹੀ ਬਾਬਾ ਕਬੀਰ ਸਾਹਿਬ ਨੇ ਆਖਿਆ ਕਬੀਰ ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ, ਇਹ ਤੇ ਸਾਰਿਆਂ ਨੂੰ ਖਾ ਰਿਹਾ। ਪਾਤਸ਼ਾਹ ਜੀ ਕਹਿੰਦੇ ਨੇ ਨਰਕ ਸੁਰਗ ਫਿਰ ਅਵਤਾਰ। ਸਤਿਗੁਰ ਕਹਿੰਦੇ ਨਰਕ ਸੁਰਗ ਦਾ ਮਤਲਬ ਉਹ ਨਰਕ ਸਵਰਗ ਨਹੀਂ ਜਿਹੜੇ ਮਰਨ ਤੋਂ ਬਾਅਦ ਨੇ। ਨਰਕ ਦਾ ਮਤਲਬ ਹੈ ਦੁੱਖ, ਸਵਰਗ ਦਾ ਮਤਲਬ ਹੈ ਸੁੱਖ। ਸਤਿਗੁਰ ਕਹਿੰਦੇ ਨੇ ਨਰਕ ਸੁਰਗ ਫਿਰ ਅਵਤਾਰ, ਵਾਰ
ਦੁੱਖ ਤੇ ਸੁੱਖ ਦੇ ਅੰਦਰ ਭਟਕਦਾ ਹੈ ਵਾਰ-ਵਾਰ, ਉਹਦੇ ਅੰਦਰ ਇਹ ਚੀਜ਼ਾਂ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਆਹ ਹੈ ਸਿੱਖ ਦੀ ਜੀਵਨ ਦੀ ਘਾੜਤ। ਸੁਖ ਸਨੇਹ ਹਰ ਭੈ ਨਹੀਂ ਜਾਂ ਕੇ ਕੰਚਨ ਮਾਟੀ, ਜੇ ਅਜੇ ਰੱਬ ਭੁੱਲ ਗਿਆ ਸੁੱਖ ਵਿੱਚ ਪੈ ਕੇ, ਦੁੱਖ ਵਿੱਚ ਪੈ ਕੇ ਗੁਰੂ ਚੇਤੇ ਨਹੀਂ ਆਉਂਦਾ, ਬਾਹਰ ਮੁਖੀ ਭਟਕਣਾ ਬਣ ਜਾਂਦੀ। ਇਹਨਾਂ ਮਤਲਬ ਹੈ ਮੈਂ ਸਵੇਰ ਸ਼ਾਮ ਦੀ ਜਿਹੜੀ ਸਾਧਨਾ ਅੱਜ ਤੱਕ ਕੀਤੀ ਉਹ ਕਿਸੇ ਲੇਖੇ ਨਹੀਂ, ਮੈਂ ਸਿਰਫ ਉਹ ਦਿਖਾਵਾ ਹੀ ਕੀਤਾ ਸੰਸਾਰ ਦੇ ਅੰਦਰ। ਤੇ ਗੁਰਦੇਵ ਪਿਤਾ ਜੀ ਕਹਿੰਦੇ ਨੇ, ਨਰਕ ਸੁਰਗ ਫਿਰ ਅਵਤਾਰ, ਅਨੇਕ ਯਤਨ ਕਰ ਆਤਮ ਨਹੀਂ ਦਰਵੈ। ਅਨੇਕਾਂ ਯਤਨ ਕਰਦਾ ਹੈ, ਪਰ ਸਤਿਗੁਰ ਕਹਿੰਦੇ ਨੇ ਜਿਹੜੀ ਆਪਣੀ ਅੰਦਰ ਦੀ ਆਤਮ ਹੈ, ਭਾਵ ਜਿਹੜਾ ਆਪਣਾ ਮਨ ਹੈ, ਪਾਤਸ਼ਾਹ ਕਹਿੰਦੇ ਨੇ ਉਹੀ ਅਨੇਕਾਂ ਯਤਨ ਕਰਕੇ ਵੀ ਆਪਣਾ ਅੰਦਰ ਜਿਹੜਾ ਟਿਕਦਾ ਨਹੀਂ। ਦਰਵੈ, ਦਰਵੈ ਦਾ ਮਤਲਬ ਹੁੰਦਾ ਹੈ ਪਸੀਜ ਜਾਣਾ। ਆਪਣਾ ਅੰਦਰ ਹੀ ਸਤਿਗੁਰ ਕਹਿੰਦੇ ਨੇ ਪਸੀਜਦਾ ਨਹੀਂ ਹੈਗਾ, ਆਪਣਾ ਅੰਦਰ ਹੀ ਠੰਡਾ ਨਹੀਂ ਹੁੰਦਾ, ਯਤਨ ਬੜੇ ਕਰਦਾ ਹੈ। ਹਰ ਦਰਗਾਹ ਕੋ ਕੈਸੇ ਗਵੇ, ਪਾਤਸ਼ਾਹ ਕਹਿੰਦੇ ਨੇ ਦੱਸੋ ਪ੍ਰਮਾਤਮਾ ਦੀ ਦਰਗਾਹ ਵਿੱਚ ਕਿਵੇਂ ਪਹੁੰਚੇਗਾ, ਭਾਵ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਕਿਵੇਂ ਫੇਸ ਕਰੇਗਾ। ਉਹ ਨਹੀਂ ਕਰ ਸਕਦਾ, ਕਿਉਂਕਿ ਉਹਦੇ ਅੰਦਰ ਦੀ ਹਉਮੈ ਉਹਨੂੰ ਅਜੇ ਸੰਸਾਰ ਦੇ ਵਿੱਚ ਭਟਕਾ ਰਹੀ ਹੈ। ਪਾਤਸ਼ਾਹ ਕਹਿੰਦੇ ਨੇ ਰੱਬ ਨੂੰ ਫੇਸ ਨਹੀਂ ਕਰ ਸਕਦਾ, ਰੱਬੀ ਗੁਣਾਂ ਨੂੰ ਉਹ ਸਾਹਮਣੇ ਆਪਣੇ ਨਹੀਂ ਮਹਿਸੂਸ ਕਰ ਸਕਦਾ ਉਹਨਾਂ ਚੀਜ਼ਾਂ ਨੂੰ। ਇਸ ਕਰਕੇ ਸਤਿਗੁਰ ਕਹਿੰਦੇ ਨੇ, ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ। ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤੇ ਬੜਾ ਭਲਾ ਹਾਂ, ਸਤਿਗੁਰ ਕਹਿੰਦੇ ਨੇ ਜਿਹੜਾ ਕਹਿੰਦਾ ਆਪਸ ਕੋ ਜੋ ਭਲਾ ਕਹਾਵੇ, ਆਪਣੇ ਆਪ ਨੂੰ ਜਿਹੜਾ ਭਲਾ ਕਹਿੰਦਾ ਹੈ, ਚੰਗਾ ਕਹਿੰਦਾ ਹੈ, ਸਤਿਗੁਰ ਕਹਿੰਦੇ ਨੇ ਤਿਸੈ ਭਲਾਈ ਨਿਕਟ ਨਾ ਆਵੇ। ਸਭ ਕਹਿੰਦੇ ਨੇ ਉਹ ਲੋਕਾਂ ਨੂੰ ਤੇ ਜਤਾਉਂਦਾ ਮੈਂ ਭਲਾ ਹਾਂ, ਪਰ ਪਾਤਸ਼ਾਹ ਕਹਿੰਦੇ ਨੇ ਸੱਚ ਹੈ ਭਲਾ ਵੀ ਉੱਥੇ ਕਰਦਾ ਜਿੱਥੋਂ ਦਾ ਮਤਲਬ ਸਿੱਧ ਹੋਣਾ ਹੋਵੇ। ਤਿਸੈ ਭਲਾਈ ਨਿਕਟ ਨਾ ਆਵੇ। ਸਤਿਗੁਰ ਕਹਿੰਦੇ ਨੇ ਭਲੀ ਚੀਜ਼ ਤੇ ਭਲਾਈ ਤੇ ਇਹਦੇ ਨੇੜੇ ਵੀ ਨਹੀਂ ਆ ਰਹੀ, ਇਹ ਤੇ ਮਤਲਬ ਵੇਖਦਾ ਹੈ, ਇਹ ਤੇ ਵੇਖਦਾ ਵੀ ਕਿੱਥੇ ਮੇਰਾ ਮਤਲਬ ਸਿੱਧ ਹੋਣਾ। ਜਿੱਥੋਂ ਮਤਲਬ ਸਿੱਧ ਹੋਵੇ ਉੱਥੇ ਉਹਨਾਂ ਲੋਕਾਂ ਵਿੱਚ ਭਲਾ ਬਣ ਜਾਂਦਾ ਹੈ। ਇਹੀ ਹੁੰਦਾ ਨਾ ਸਾਸੰਗ, ਜਿਹੜੀ ਚੀਜ਼ ਕੈਮਰੇ ਦੇ ਸਾਹਮਣੇ ਆਣੀ ਹੋਵੇ ਉੱਥੇ ਬੰਦਾ ਭਲਾ ਬਣ ਜਾਂਦਾ ਹੈ, ਤੇ ਜਿਹੜੀ ਕੈਮਰੇ ਤੋਂ ਪਿੱਛੇ ਹੋਵੇ ਉੱਥੇ ਬੰਦੇ ਨੂੰ ਬੰਦਾ ਵੀ ਨਹੀਂ ਜਾਣਦਾ। ਸਤਿਗੁਰ ਕਹਿੰਦੇ ਨੇ ਤਿਸੈ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਨ ਜਾਂ ਕਾ ਮਨ, ਉਹ ਜਿੰਦਾ ਮਨ ਸਾਰਿਆਂ ਦੀ ਰੇਣ ਹੋ ਜਾਏ। ਰੇਣ ਦਾ ਮਤਲਬ ਹੈ ਮਿੱਟੀ। ਹੁਣ ਮਿੱਟੀ ਇਹਦਾ ਮਤਲਬ ਹੈ ਨਿਮਰ, ਜਿੰਦੇ ਮਨ ਦੇ ਅੰਦਰ ਨਿਮਰਤਾ ਆ ਜਾਏ, ਜੋ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਏ, ਜੋ ਇਹਨੇ ਨਿਮਰ ਸੁਭਾਅ ਵਿੱਚ ਆ ਜਾਏ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜੋਤੈ ਮਾਰਨ ਮੁਖੀਆਂ ਤਿੰਨਾਂ ਨਾ ਮਾਰੇ ਘੁੰਮ, ਆਪਨੜੇ ਕਰ ਜਾਈਏ ਪੈਰ ਤਿੰਨਾਂ ਦੇ। ਸਤਿਗੁਰ ਜੀ ਕਹਿੰਦੇ ਨੇ ਉਹ ਜਿਹੜਾ ਬੰਦਾ ਸਰਬ ਕੀ ਰੇਣ ਜਾਂ ਕਾ ਮਨ ਹੋਏ, ਜਿੰਦਾ ਮਨ ਸਾਰਿਆਂ ਦੀ ਰੇਣ ਹੋ ਜਾਏ, ਜੋ ਆਪਣੇ ਆਪ ਨੂੰ ਇੰਨੀ ਨਿਮਰ ਸੁਭਾਅ ਵਿੱਚ ਲੈ ਆਵੇ, ਸਤਿਗੁਰ ਕਹਿੰਦੇ ਨੇ ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਸੋਏ ਦਾ ਮਤਲਬ ਹੁੰਦਾ ਹੈ ਜੁਗਤ, ਉਹਦੀ ਜਿਹੜੀ ਜੀਵਨ ਦੀ ਜੁਗਤ ਹੈ ਨਾਨਕ ਜੀ ਬੜੀ ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਜਿਹੜੀ ਅਸੀਂ ਜੁਗਤ ਅਪਣਾਣੀ ਹੈ ਅਸਲ ਵਿੱਚ ਪਵਿੱਤਰ ਜੁਗਤ, ਨਿਰਮਲ ਜੁਗਤ। ਸਤਿਗੁਰ ਤਾਂ ਹੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੁਟੈ, ਨਿਰਮਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਦ ਛੁਟੈ। ਪਾਤਸ਼ਾਹ ਕਹਿੰਦੇ ਨੇ ਆਪਣੀ ਜੁਗਤ ਨੂੰ ਨਿਰਮਲ ਕਰ। ਜੇ ਤੂੰ ਆਖੇ ਵੀ ਬਾਹਰੋਂ ਸਿਰਫ ਇਸ਼ਨਾਨ ਕੀਤਿਆਂ ਗੱਲ ਬਣ ਜਾਏਗੀ, ਬਾਹਰੋਂ ਸਿਰਫ ਪੜ੍ਹਿਆਂ ਗੱਲ ਬਣ ਜਾਏਗੀ, ਪਾਤਸ਼ਾਹ ਕਹਿੰਦੇ ਨੇ ਨਹੀਂ, ਵੇਦ ਕਤੇਬ ਆਦਿਕ ਚੀਜ਼ਾਂ ਪੜ੍ਹਨ ਦੇ ਨਾਲ ਨਹੀਂ, ਤੈਨੂੰ ਪੜ੍ਹਦਿਆਂ ਆਪਣੀ ਸੋਏ ਨੂੰ ਕਰਮਾਂ ਦੇ ਵਿੱਚੋਂ ਪਵਿੱਤਰਤਾ ਲਿਆਣੀ ਪਏਗੀ, ਤੈਨੂੰ ਪ੍ਰੈਕਟੀਕਲ ਉਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ। ਤਾਂ ਹੀ ਸਤਿਗੁਰ ਕਹਿ ਰਹੇ ਕਹੋ ਨਾਨਕ ਤਾਂ ਕਿ ਨਿਰਮਲ ਸੋਏ। ਨਾਨਕ ਜੀ ਉਹਦੀ ਜੀਵਨ ਜੁਗਤ ਜਿਹੜੀ ਹੈ ਉਹ ਬੜੀ ਸੋਹਣੀ ਬਣ ਜਾਂਦੀ ਹੈ। ਉਹ ਆਪ ਵੀ ਮਹਿਕਦਾ ਹੈ, ਹੋਰਨਾਂ ਨੂੰ ਆਪਣੀ ਮਹਿਕ ਦਿੰਦਾ ਹੈ, ਸਮਾਜ ਨੂੰ ਰੋਸ਼ਨੀ ਦਿੰਦਾ ਹੈ, ਸਮਾਜ ਵਿੱਚ ਭਲਾਈ ਕਰਦਾ ਹੈ। ਉਹਦੀ ਭਲਾਈ ਸਿਰਫ ਦਿਖਾਵਾ ਨਹੀਂ ਹੁੰਦੀ, ਉਹਦੀ ਭਲਾਈ ਅਸਲ ਵਿੱਚ ਮਨੁੱਖਤਾ ਦੇ ਲਈ ਉਹਦਾ ਦਰਦ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹਨਾਂ ਪਾਵਨ ਬਚਨਾਂ ਨੂੰ ਸਮਝਣ ਦੀ ਦਾਤ ਸਤਿਗੁਰੂ ਜੀ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ।